रोज़ आपां बैठ के ऐ गल्लां बातां करते हैं। तो मैं खड़ा खड़ा हुणे ही सोच रहा सी, ਜਿਹੜੀ ਲਹਿਰ ਜਿਹੜਾ ਉਭਾਰ ਉੱਠਿਆ, ਦੇਖੋ ਕੱਲਾ ਪੰਜਾਬ 'ਚੋਂ ਉੱਠਿਆ, ਬਾਕੀ ਦੇਸ਼ ਦੇ ਹੋਰ ਹਿੱਸਿਆਂ 'ਚ ਕਿਉਂ ਨਹੀਂ ਉੱਠ ਰਿਹਾ। ਜਿਵੇਂ ਅਸੀਂ ਸੜਕਾਂ 'ਤੇ ਆ, ਮੋਰਚਿਆਂ 'ਚ ਬੈਠੇ ਹਾਂ, ਅਤੇ ਜਿਹੜੇ ਹਿਸਾਬ ਨਾਲ ਅਸੀਂ ਵਿਦਰੋਹ ਕਰ ਰਹੇ ਹਾਂ, ਇਹ ਕਿਸੇ ਹੋਰ ਦੇਸ਼ ਦੇ ਹਿੱਸੇ 'ਚ ਕਿਉਂ ਨਹੀਂ ਇਸ ਲੈਵਲ 'ਤੇ ਹੋ ਰਿਹਾ। ਜਾਂ ਕਿਸਾਨ ਜਥੇਬੰਦੀਆਂ ਨੇ ਜਾ ਕੇ ਮੀਟਿੰਗ ਕੀਤੀ ਬਾਕੀ ਜਥੇਬੰਦੀਆਂ ਨਾਲ, ਉਹਨਾਂ ਨੇ ਜਿਹੜਾ ਰਿਐਕਸ਼ਨ ਸੀ ਉਹਨਾਂ ਦਾ, ਜਾਂ ਜਿਹੜਾ ਰਿਐਕਸ਼ਨ ਆਪਣੀਆਂ ਕਿਸਾਨ ਜਥੇਬੰਦੀਆਂ ਐਕਸਪੈਕਟ ਕਰ ਰਹੀਆਂ ਸੀ, ਉਹ ਨਹੀਂ ਸੀ। ਦੇਖੋ ਇਹਦੇ ਪਿੱਛੇ ਜਿਹੜਾ ਕਾਰਨ ਆ ਨਾ, ਕਾਰਨ ਕੀ ਆ, ਅਸੀਂ ਇਹਨਾਂ ਬਿੱਲਾਂ ਨੂੰ ਕਿੱਥੋਂ ਦੇਖ ਰਹੇ ਹਾਂ ਅਤੇ ਬਾਕੀ ਕਿਵੇਂ ਦੇਖ ਰਹੇ ਆ। ਕਈ ਵਾਰੀ ਅਸੀਂ ਸਾਂਝੀ ਲੜਾਈ ਲੜ ਰਹੇ ਹੁੰਦੇ ਹਾਂ, ਪਰ ਧਿਰਾਂ ਵੱਖਰੀਆਂ ਵੱਖਰੀਆਂ ਹੁੰਦੀਆਂ, ਉਹਨਾਂ ਦੇ ਵਖਰੇਵੇਂ ਹੁੰਦੇ ਆ। ਇਹ ਗੱਲ ਆਪਾਂ ਸਮਝੀਏ ਵੀ ਲੜਾਈ ਤਾਂ ਸਾਂਝੀ ਆ, ਲੜਾਈ ਤਾਂ ਉਹਨਾਂ ਦੀ ਵੀ ਫਿਰ ਇਹ ਬਿੱਲਾਂ ਦੇ ਖਿਲਾਫ ਹੋਣੀ ਚਾਹੀਦੀ ਆ। ਪਰ ਜਿਵੇਂ ਅਸੀਂ ਲੜ ਰਹੇ ਹਾਂ ਉਵੇਂ ਕਿਉਂ ਨਹੀਂ ਲੜ ਰਹੇ ਉਹ? ਕਿਉਂਕਿ ਸਮਝ 'ਚ ਫਰਕ ਆ। ਗੱਲ ਇੱਥੇ ਆ, ਹਰ ਕਿਸੇ ਦੀ ਸਮਝ ਵੱਖਰੀ ਵੱਖਰੀ ਹੁੰਦੀ ਆ। ਹਾਲਾਤ ਨੂੰ ਸਮਝਣ ਦਾ ਉਹਨਾਂ ਦੀ ਜਿਹੜੀ ਅਬਿਲਿਟੀ ਆ, ਉਹਨਾਂ ਦੀ ਸ਼ਮਤਾ, ਉਹ ਵੱਖਰੀ ਵੱਖਰੀ ਹੋਊਗੀ। ਹਰ ਇਨਸਾਨ ਦੀ ਉਸੇ ਤਰ੍ਹਾਂ ਕੌਮਾਂ ਦੀ ਜਥੇਬੰਦੀਆਂ ਦੀ ਵੱਖਰੀ ਵੱਖਰੀ ਹੋਊਗੀ, ਚਾਹੇ ਮਕਸਦ ਇੱਕ ਹੋਵੇ, ਪਰ ਉਹਨਾਂ ਦੀ ਸਮਝ ਜਦੋਂ ਵੱਖਰੀ ਵੱਖਰੀ ਹੁੰਦੀ ਹੈ ਤਾਂ ਵਖਰੇਵਾਂ ਪੈਦਾ ਹੀ ਹੋ ਜਾਂਦੇ ਆ ਉਦੋਂ। ਅਤੇ ਫਿਰ ਉਹ ਵੱਖਰੀ ਵੱਖਰੀ ਆਪਦੀ ਲੜਾਈ ਲੜਦੇ ਆ ਜਾਂ ਸੰਘਰਸ਼ ਵਿੱਢਦੇ ਆ। ਪੰਜਾਬ ਦਾ ਜਿਹੜਾ ਸੰਘਰਸ਼ ਆ ਉਹ ਬਾਕੀ ਸੂਬਿਆਂ ਨਾਲੋਂ ਵੱਖਰਾ ਕਿਉਂ ਆ? ਕਿਉਂਕਿ ਅਸੀਂ ਇਹਨਾਂ ਬਿੱਲਾਂ ਨੂੰ ਆਪਦੀ ਕੌਮੀਅਤ ਨੂੰ ਮੂਹਰੇ ਰੱਖ ਕੇ ਦੇਖ ਰਹੇ ਹਾਂ, ਆਪਦੇ ਸੱਭਿਆਚਾਰ ਨੂੰ ਮੂਹਰੇ ਰੱਖ ਕੇ ਦੇਖ ਰਹੇ ਹਾਂ। ਔਰ ਜਿਉਂ ਅਸੀਂ ਹਰਿਆਣੇ ਦੀ ਗੱਲ ਕਰੀਏ, ਕਿਸੇ ਹੋਰ ਸਟੇਟ ਦੀ, ਯੂਪੀ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਸਾਡੇ ਨੇਬਰਿੰਗ ਸਟੇਟਸ ਆ, ਸਾਡੇ ਗਵਾਂਢੀ ਆ, ਇਹ ਉਸ ਕੌਮੀਅਤ ਦੇ ਢੰਗ ਨਾਲ ਨਹੀਂ ਦੇਖ ਰਹੇ, ਕਿਉਂਕਿ ਇਹਨਾਂ ਦੀ ਕੌਮੀਅਤ ਆਪਦੀ ਕੋਈ ਹੈ ਹੀ ਨਹੀਂ। ਇਹਨਾਂ ਦੀ ਤਾਂ ਉਹ ਕੌਮੀਅਤ ਆ ਜਿਹੜੀ ਸੈਂਟਰ ਦੀ ਕੌਮੀਅਤ ਆ, ਜਿਹੜੀ ਦਿੱਲੀ ਦੀ ਕੌਮੀਅਤ ਆ। ਅਸੀਂ ਆਪਦੇ ਸੱਭਿਆਚਾਰ ਨੂੰ, ਆਪਦੇ ਇਤਿਹਾਸ ਨੂੰ, ਆਪਦੇ ਫਲਸਫੇ ਨੂੰ, ਸਾਡੀ ਵਿਲੱਖਣਤਾ ਨੂੰ ਆਪਦੀ ਕੌਮੀਅਤ ਮੰਨਦੇ ਹਾਂ। ਅਸੀਂ ਇਹ ਵੀ ਕਹਿੰਦੇ ਹਾਂ ਵੀ ਅਸੀਂ ਤੁਹਾਡੇ ਤੋਂ ਵੱਖਰੇ ਹਾਂ, ਅਸੀਂ ਸਨਾਤਨ ਧਰਮ 'ਚੋਂ, ਜਾਂ ਅਸੀਂ ਜਿਹੜਾ ਹਿੰਦੂ ਰਾਸ਼ਟਰ ਤੁਸੀਂ ਪੈਦਾ ਕਰ ਰਹੇ ਹੋ ਜਾਂ ਉਹਦੀ ਇੱਕ ਜਿੱਦ ਫੜੀ ਬੈਠੇ ਹੋ, ਇਹਦੇ ਵਿੱਚ ਨਹੀਂ ਆਉਂਦੇ। ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਅਤੇ ਫਿਰ ਅਸੀਂ ਕਿੱਥੇ ਜਾਈਏ? ਸਾਡੇ ਕੋਲੇ ਫਿਰ ਹੱਕ ਆਪਦਾ ਬਣ ਜਾਂਦਾ ਵੀ ਅਸੀਂ ਆਪਦੇ ਰਾਜ ਦੀ, ਆਜ਼ਾਦ ਪੰਜਾਬ ਰਾਜ ਦੀ ਗੱਲ ਕਰੀਏ। ਕਿਉਂਕਿ ਗੱਲ ਇਸ ਕੌਮੀਅਤ ਦਾ ਜਿਹੜਾ ਅਹਿਸਾਸ ਆ ਉਹਨੂੰ ਤੋੜ ਦਿੱਲੀ ਰਹੀ ਆ, ਅਸੀਂ ਨਹੀਂ ਤੋੜ ਰਹੇ। ਔਰ ਸਾਡੇ ਤੋਂ ਪਹਿਲਾਂ ਇਹ ਗੱਲ ਮਹਾਰਾਸ਼ਟਰ ਵਾਲੇ ਕਰਨਗੇ, ਸਾਊਥ ਵਾਲੇ ਕਰਨਗੇ, ਨਾਗਾਲੈਂਡ ਵਾਲੇ ਕਰਨਗੇ। ਮੈਂ ਰੋਜ਼ ਕਹਿਣਾ ਅਸੀਂ ਫੇਰ ਹਜੇ ਸਹਿ ਲਾਂਗੇ, ਅਸੀਂ ਫੇਰ ਹਜੇ ਇਹਨਾਂ ਲਈ ਖੜ੍ਹੇ ਹੋ ਸਕਦੇ ਹਾਂ। ਪਰ ਜੇ ਇਹਨਾਂ ਦੀ ਇਹੀ ਜਿੱਦ ਰਹੀ ਤਾਂ ਸਾਡੇ ਤੋਂ ਪਹਿਲਾਂ ਬਾਕੀ ਰਾਜ ਇਹ ਗੱਲ ਕਰਨਗੇ। ਹੁਣ ਪੰਜਾਬ, ਆਪਾਂ ਇਹਨਾਂ ਬਿੱਲਾਂ 'ਤੇ ਆਉਣੇ ਆ। ਜਦੋਂ ਬਿੱਲਾਂ ਨੂੰ ਆਪਾਂ ਇਹਨੂੰ ਐਨਾਲਾਈਜ਼ ਕਰਦੇ ਹਾਂ, ਇਹਦਾ ਵਿਸ਼ਲੇਸ਼ਣ ਕਰਦੇ ਹਾਂ, ਇਹਦਾ ਦੋ ਭਾਗਾਂ 'ਚ ਵਿਸ਼ਲੇਸ਼ਣ ਪੰਜਾਬ ਕਰ ਰਿਹਾ ਇਸ ਟਾਈਮ। ਇੱਕ ਭਾਗ ਆ ਆਰਥਿਕ, ਜਿਹੜਾ ਸਾਰਾ ਦੇਸ਼ ਵੀ ਕਰ ਰਿਹਾ। ਆਰਥਿਕ ਜੇ ਹਮਲਾ ਹੋਵੇ ਨਾ, ਐਡਾ ਵੱਡਾ ਉਭਾਰ ਨਹੀਂ ਆਉਂਦਾ ਹੁੰਦਾ ਜਿੱਡਾ ਪੰਜਾਬ 'ਚ ਆਇਆ। ਆਰਥਿਕ ਗੱਲਾਂ ਬਥੇਰੀ ਲੁੱਟ ਖਸੁੱਟ ਹੋਈ ਆ ਸਾਡੀ, ਕਿਹੜੇ ਪੋਲੀਟੀਸ਼ੀਅਨ ਨੇ ਸਾਨੂੰ ਨਹੀਂ ਲੁੱਟਿਆ? ਤੁਸੀਂ ਦੇਖ ਲਓ, ਮਾੜਾ ਮੋਟਾ ਜਿਹੜਾ ਇੱਕ ਆਉਂਦਾ ਜਿਹਦੇ ਕੋਲ ਆ ਜਾਂਦਾ, ਉਹਦੇ ਸਭ ਕੁਛ, ਉਹਦੀਆਂ ਬੱਸਾਂ ਵੀ ਚੱਲਣ ਲੱਗ ਜਾਂਦੀਆਂ, ਉਹਦਾ ਕੋਈ ਹੋਟਲ ਵੀ ਹੋਊਗਾ, ਉਹਦੇ ਕੋਲ ਹੋਰ ਵੀ 10 ਤਰ੍ਹਾਂ ਦੇ ਬਿਜ਼ਨਸ ਹੋਣਗੇ, ਅਤੇ ਉਹ ਆਉਂਦੇ ਹੀ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨ ਆ, ਪਾਵਰ ਇੰਜੋਏ ਕਰਨ ਆਉਂਦੇ ਆ। ਔਰ ਪਾਵਰ ਦੇ ਨਾਲ ਨਾਲ ਪਾਵਰ ਅਤੇ ਪੈਸੇ ਦਾ ਆਪਸ 'ਚ ਬਹੁਤ ਵੱਡਾ ਸੰਬੰਧ ਆ। ਜਦੋਂ ਪਾਵਰ ਹੋਊਗੀ ਉਹਦੇ ਕੋਲ ਪੈਸਾ ਵੀ ਹੋਊਗਾ, ਜਿਹਦੇ ਕੋਲ ਪੈਸਾ ਹੋਊਗਾ ਉਹਦੇ ਕੋਲ ਪਾਵਰ ਹੋਊਗੀ। ਇਹ ਇਸ ਪਦਾਰਥਵਾਦ ਦੇ ਯੁੱਗ ਦਾ ਇੱਕ ਰਿਸ਼ਤਾ ਜਿਹਦੇ ਤੋਂ ਮੁਨਕਰ ਨਹੀਂ ਹੋ ਸਕਦਾ। ਅਤੇ ਨਾਲ ਹੀ ਗਿਆਨ, ਜਿਵੇਂ ਉਹ ਕਹਾਵਤਾਂ ਨਾ ਵੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਪਾਵਰ, ਪੈਸਾ ਅਤੇ ਗਿਆਨ, ਇਹਦਾ ਕੇਂਦਰੀਕਰਨ ਕਰਤਾ ਇੱਕ ਅੱਜ ਦੇ ਯੁੱਗ ਨੇ, ਤਿੰਨੇ ਇੱਕੋ ਜਗ੍ਹਾ। ਵੀ ਇਹ
ਜਿਹਦੇ ਘਰੇ ਦਾਣੇ नहीं आ वो सियाणे नहीं आ। हालांकि ये गल साडे जे असीं पंजाब दी रवायत देखीए तां ये गल्लां ये नहीं सी, पर पदार्थवाद जदों तो आया उदों तो ये गल प्रचलित हो गई तो ये धारना बन गई, तो असीं उहदा आत्मिकरण भी कर लिया भी गल पक्की है यार, जे पैसा तां ही असीं सियाणे आ, तो जे पैसा तां ही साडे कोले पावर आ, साडी चलदी होऊगी किते ना किते गलबात साडी मंत्रियां च MLA च। सो वापस उस टॉपिक ते आउणे आ, जे आर्थिक गल हुंदी बिल्लां नूं लैके तां एड्डा वड्डा भार पंजाब च नहीं आउणा सी। आर्थिक गल्लां असीं लुੱਟ खसुੱਟ बथेरी सही आ, हो सकदा अगे भी सह लईए, पर कल्ली आर्थिक गल नहीं आ। जदों सानू इन्हां कंपनियां ने आके साडियां जमीनां तो लांभे करता, पासे करता, सानू पंजाब तो जिड्डा वड्डा प्रवास होया इहने होर वधना हजे। तुसीं देख लो जिहड़े यंग अपने इत्थों दे नौजवान वर्ग आ, अज हर कोई कहंदा भी मैं बाहर जावना यार, उत्थे की है उन्हां नूं नहीं पता, किहो जी जिंदगी जिउणगे ये भी नहीं पता, पर मैं इत्थों निकल जा, इत्थे कुछ नहीं है। हुण ये आम तौर पर एक इमोशन बिल्ड करता और उस धरती तो टुटना चाहुंदे आ जिहड़ी गुरुआं ने वसाई आ, उस सभ्याचार तो टुटना चाहुंदे आ जिहड़ा सिख फलसफे ने घड़िया होया, जिहड़ा गुरु नानक साहब दे सरबत दे भले वाले फलसफे ने घड़िया होया। सोचो भी ये पंजाब दे समाज ने पैदा किया नहीं, ये दिल्ली सरकार ने पैदा किया, ये सेंटर ने पैदा की, ये एहसास सेंटर ने पैदा किया। जदों असीं आपदे हक्कां दी, जदों असीं आपदे फैसले आप लैण दी गल करदे हां, जदों असीं कदे खुद मुख्तियारी दी गल करदे हां, जदों ये कहने आ भी साडे कोले साडे किसानी दे मसले, साडी सिੱਖਿਆ दे मसले, साडे इन्वायरमेंट वातावरण दे मसले होण, साडे प्रवास दा मसला होवे, इहदे ते नीतियां असीं आप घड़ीए, जिहड़ा बंदा आवाज़ चकदा उदों ही दब लैंदे आ। असीं आम तौर पर पिंडां च देखिया डर एड्डा वड्डा साडे मनां अंदर इन्हां ने पैदा करता, साडी मानसिकता नूं ही फड़ लिया भी यार बोली ना एवें पंगा पै जाऊ, लै जाणगे चक के अगले। सो डर, अच्छा बोलण तो ही डराई जांदे आ, बोल ही नहीं सकते। एड्डी वड्डी त्रासदी किसी समाज च हो सकती है। अज असीं बोल ही, अच्छा जिहड़ा बोलदा उहदे पिछे उधर नूं उलझ जांदे आ बंदे। अज माड़ा मोटा मैं जे बोलदा मेरे हल नूं हो जांदे आ भी यार आ बंदा साडा आगू आ, दसो। हालांकि साडे कोले जिहड़ा फलसफा जां जिहड़े सिद्धांत की असीं गल कर रहे हैं, किन्ने साडे आगू होने चाहिए सी। हर बंदे च सॉवरनिटी पई आ, हर बंदे च वो आज़ादी का जज्बा पिया। असीं स्टेटहुड इंजॉय किया होया। स्टेटहुड की आ, असीं आपदा राज मानिया होया, और उन राज मानने का जिहड़ा बी सी वो 10वें पातशाह ने पातशाही दावा जदों रखिया सी, हम राखत पातशाही दावा, उदों साडे अंदर लाता सी उन्होंने, वो राज उही दे गए सी। इन गरीब सिखन को दूं पातशाही, ये याद करें मेरी गुरियाई। सो हुण जदों आपां सभ्याचार ते साडे ते हमला हुंदा ना, आर्थिक असीं सह लांगे, सभ्याचार च साडा फलसफा, साडा इतिहास, साडी माँ बोली, साडे पानी, साडी जमीन धरती, साडी सियासत, सब कुछ ये जांदा साडे तो नहीं सहा जांदा, क्योंकि ये वो छिणग जिहड़ी गुरुआं ने लाई हुई आ, ये इत्थे ही पई आ, ये साडे तो सहा नहीं जांदा। जदों फिर असीं संघर्ष विढ़दे आ, जिहड़ा आपां विढ़ी बैठे आ हुण, फिर ये संघर्ष दे वहण आ जिहड़े, वो हथियारबंद संघर्ष भी विढ़िया गया। पहलां खाड़कू सिंघां ने लड़िया, ते अज आपां इकट्ठे होके एक शांतमई संघर्ष विढ़ी बैठे आ। ये वहण आ, संघर्ष दे वखरे वखरे लड़न दे ढंग आ, हर ढंग आपदी जगह जमा सही आ। सो असीं संघर्ष विढ़ लिया, हुण साडे ते जबर जुल्म करनगे हो, और जबर जुल्म कल्ला साडे ते डांगां भरा के, साडे ते गोलियां चला के नहीं हुंदा, तुहानूं डीह्यूमनाइज कर दिंदे आ। किवें करदे आ? तुहानूं उलझा के आपस च लड़ा के, तुहानूं बदनाम करके,
ਤੁਹਾਨੂੰ ਤੁਹਾਡੀ ਮਾਨਸਿਕਤਾ ਨੂੰ ਫੜ ਕੇ ਕਿਸੇ ਹੋਰ ਪਾਸੇ ਨੂੰ ਲਾ ਕੇ ਡੀਹਿਊਮਨਾਈਜ਼ ਕਰ ਦਿੰਦੇ ਆ। ਕਿਉਂਕਿ ਜੇ ਤੁਸੀਂ ਇਨਸਾਨ ਹੋ, ਅਸਲ 'ਚ ਇਨਸਾਨ ਹੋ, ਜਿਹਦੀ ਜਾਗਦੀ ਜ਼ਮੀਰ ਆ, ਉਹਨੇ ਫਿਰ ਜ਼ਬਰ ਜ਼ੁਲਮ ਨਹੀਂ ਸਹਿਣਾ। ਉਸ ਬੰਦੇ ਨੇ ਆਪਦੀ ਆਵਾਜ਼ ਬੁਲੰਦ ਕਰਨੀ ਆ, ਉਹਨੇ ਵਿਰੋਧ ਕਰਨਾ ਹੀ ਕਰਨਾ। ਔਰ ਪੰਜਾਬੀਆਂ 'ਚ, ਸਾਡੇ 'ਚ ਤਾਂ ਖਾਸ ਕਰਕੇ। ਪਰ ਜਦੋਂ ਤੁਹਾਡੇ ਤੇ ਉਹਨਾਂ ਨੇ ਜ਼ਬਰ ਤੇ ਜ਼ੁਲਮ ਕਰਨਾ, ਇਕੱਲਾ ਫਿਜ਼ੀਕਲ ਨਹੀਂ ਕਰਨਾ, ਮਾਨਸਿਕ ਵੀ ਕਰਨਾ। ਉਹ ਮਾਨਸਿਕ ਜਿਹੜਾ ਕੰਮ ਆ ਉਹ ਵੀ ਬਹੁਤ ਵੱਡਾ ਜ਼ੁਲਮ ਆ। ਤੁਹਾਨੂੰ ਡੀਹਿਊਮਨਾਈਜ਼ ਕਰਤਾ, ਤੁਹਾਨੂੰ ਉਸ ਪਾਸੇ ਤੋਂ ਭਟਕਾਤਾ, ਕਿਸੇ ਹੋਰ ਪਾਸੇ ਲੈ ਗਏ। ਹੁਣ ਜਿਹੜਾ ਕੱਲ੍ਹ ਆਪਣੇ ਨਾਲ ਪਰਸੋਂ ਹੋਇਆ, ਖਾਲਿਸਤਾਨ ਦਾ ਨਾਅਰਾ ਲੱਗਿਆ, ਆਪਾਂ ਕੋਈ ਨਾਅਰੇ ਦੇ ਉਲਟ ਥੋੜ੍ਹੀ ਆ, ਪਰ ਸਾਨੂੰ ਪਾਸੇ ਕਿਹੜੇ ਨੂੰ ਲੈ ਗਏ? ਸਾਨੂੰ ਡੀਹਿਊਮਨਾਈਜ਼ ਕਰਤਾ। ਇਹ ਜ਼ਬਰ ਤੇ ਜ਼ੁਲਮ ਦੀ ਇੱਕ ਹੋਰ ਢੰਗ ਆ, ਅਸੀਂ ਸਮਝ ਹੀ ਨਹੀਂ ਸਕਦੇ ਕਦੇ। ਆ ਜਿਹੜੇ ਸਾਡੇ ਹੱਥਾਂ 'ਚ ਫੋਨ ਫੜਾਏ ਹੋਏ ਆ, ਇਹ ਸਾਨੂੰ ਡੀਹਿਊਮਨਾਈਜ਼ ਕਰਨ ਵਾਸਤੇ ਹੀ ਫੜਾਏ ਹੋਏ ਆ। ਸੋ ਸਰਕਾਰਾਂ ਦੀਆਂ ਨੀਤੀਆਂ ਇਕੱਲੇ ਪ੍ਰਗਟ ਰੂਪ 'ਚ ਸਾਡੇ 'ਤੇ, ਜੇ ਇਹ ਬੰਦਾ ਧੱਕਾ ਕਰ ਰਿਹਾ, ਦੇਖੋ ਸਰਕਾਰ ਸਾਡੇ 'ਤੇ ਜ਼ੁਲਮ ਤੇ ਜ਼ਬਰ ਕਰ ਰਹੀ ਹੈ, ਇਹ ਨਹੀਂ ਹੁੰਦੀ। ਅਦ੍ਰਿਸ਼ ਰੂਪ 'ਚ ਵੀ ਕਿਸੇ ਜਿਹੜੀ ਗੱਲ ਸਾਹਮਣੇ ਦਿਖਦੀ ਨਹੀਂ, ਉਹ ਵੀ ਉਹਨਾਂ ਕੋਲੇ ਸਾਰੇ ਢੰਗ ਆ ਤੇ ਸਾਡੇ ਨਾਲ ਕਰਦੇ ਆ ਇਹ। ਹੁਣ ਆਉਣੀ ਆ ਵਾਪਸ ਉਸੇ ਗੱਲ ਤੇ। ਹੁਣ ਸੱਭਿਆਚਾਰ ਤੇ ਹਮਲਾ ਹੋਇਆ ਪੰਜਾਬ ਨਹੀਂ ਸਹਿਣ ਕਰ ਸਕਦਾ, ਕਿਉਂਕਿ ਅਸੀਂ ਆਪਦਾ ਸਟੇਟਹੁੱਡ ਇੰਜੋਏ ਕੀਤਾ ਹੋਇਆ, ਅਸੀਂ ਆਪਦਾ ਰਾਜ ਇੰਜੋਏ ਕੀਤਾ ਹੋਇਆ। ਔਰ ਜਿਹੜੇ ਬੰਦੇ ਨੇ ਰਾਜ ਇੰਜੋਏ ਕਰ ਲਿਆ, ਉਹਦੇ ਅੰਦਰ ਉਹ ਜਿਹੜੀ ਪ੍ਰਵਿਰਤੀ ਆ ਉਹ ਨਿਕਲ ਹੀ ਨਹੀਂ ਸਕਦੀ। ਜਦੋਂ ਉਹ ਰਾਜ ਸਾਡੇ ਸਿੱਖ ਫਲਸਫੇ ਤੇ ਜਾਂ ਉਸ ਸਿਧਾਂਤ ਤੇ ਖੜਾ ਹੋਵੇ, ਉਹ ਨਿਕਲ ਹੀ ਨਹੀਂ ਸਕਦੀ। ਇੱਥੇ ਆ ਕੇ ਦਿੱਲੀ ਮਾਰ ਖਾ ਜਾਂਦੀ ਆ। ਦਿੱਲੀ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੀ ਵੀ ਇਹਨਾਂ ਨੇ ਰਿਐਕਟ ਕਿਵੇਂ ਕਰਨਾ। ਅੱਜ ਤੱਕ ਸਾਨੂੰ ਸਮਝ ਹੀ ਨਹੀਂ ਸਕੇ ਉਹ, ਕਿਉਂਕਿ ਉਹ ਆਪਦੇ ਹਿਸਾਬ ਨਾਲ ਸੋਚਦੇ ਆ ਵੀ ਇਹ ਰਿਐਕਟ ਕਰਨਗੇ। ਤਾਂ ਹੀ ਤਾਂ ਕਹੀ ਜਾਂਦੇ ਆ ਨਾ ਵੀ ਬੁੱਲ ਤਾਂ ਸਹੀ ਆ ਯਾਰ, ਇਹਦੇ 'ਚ ਕੋਈ ਗੜਬੜ ਤਾਂ ਹੈ ਨਹੀਂ, ਇਹ ਤਾਂ ਊਂ ਹੀ ਬੈਠੇ ਆ। ਉਹਨਾਂ ਨੇ ਆਪਦੇ ਹਿਸਾਬ ਨਾਲ ਸੋਚਿਆ ਸੀ ਅਸੀਂ ਰਿਐਕਟ ਕਰਾਂਗੇ, ਪਰ ਅਸੀਂ ਗੱਲ ਕੀ ਕਰਤੀ? ਸਾਡੀ ਹੋਂਦ ਦੀ ਲੜਾਈ ਆ, ਅਸੀਂ ਗੱਲ ਉੱਥੇ ਆ ਗਏ, ਲੈ ਆਏ। ਔਰ ਜਦੋਂ ਹੋਂਦ ਦੀ ਲੜਾਈ ਆ, ਫਿਰ ਪੰਜਾਬ ਤਾਂ ਕਿਸੇ ਹੋਰ ਹਿਸਾਬ 'ਚ ਹੀ ਲੜੂਗਾ। ਪੰਜਾਬ ਜਿਵੇਂ ਬਾਕੀ ਸਟੇਟ ਲੜ ਰਹੇ ਆ ਉਵੇਂ ਨਹੀਂ ਲੜੂਗਾ। ਪੰਜਾਬ ਵਾਲੇ ਤਾਂ ਫਿਰ ਉਸ ਹੋਂਦ ਨੂੰ ਬਚਾਉਣ ਖਾਤਰ, ਤੇ ਜੇ ਸਾਡੇ ਤੇ ਤੁਸੀਂ ਉਸ ਗੁਲਾਮੀ ਦਾ ਅਹਿਸਾਸ ਕਰਾਓਗੇ ਸਾਨੂੰ, ਫਿਰ ਅਸੀਂ ਗੁਲਾਮ ਤਾਂ ਨਹੀਂ ਰਹਿ ਸਕਦੇ। ਫਿਰ ਤਾਂ ਅਸੀਂ ਕਹਾਂਗੇ ਵੀ ਆ ਜਾਓ ਹੁਣ। ਸੋ ਗੱਲ ਹੁਣ ਇੱਥੇ ਆਈ ਖੜੀ ਆ। ਸਾਡੀ ਹੋਂਦ ਆ ਜਿਹੜੀ, ਜਦੋਂ ਉਹਦਾ ਨਾਅਰਾ ਲੱਗ ਗਿਆ, ਅਸਲ 'ਚ ਦਿੱਲੀ ਇਸ ਗੱਲ ਤੋਂ ਬਹੁਤ ਡਰਦੀ ਆ, ਕਿਉਂਕਿ ਇਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਯਾਰ ਇਹਨਾਂ ਨੂੰ ਕੋਈ ਚਿੰਨ੍ਹ ਨਾ ਦਿਓ। ਇਹਨਾਂ ਨੂੰ 84 ਦਿੱਤਾ ਅੱਜ ਤੱਕ ਨਹੀਂ ਭੁੱਲੇ, ਜੂਨ 84 ਨਹੀਂ ਭੁੱਲੇ, ਨਵੰਬਰ 84 ਨਹੀਂ ਭੁੱਲੇ, ਉਦੋਂ ਪਹਿਲਾਂ ਹਜੇ ਤੱਕ ਇਹ ਤਾਂ ਅਬਦਾਲੀ ਨੇ ਦਿੱਤੇ ਹੋਏ ਚਿੰਨ੍ਹ ਨਹੀਂ ਭੁੱਲੇ, ਅੰਗਰੇਜ਼ਾਂ ਨੇ ਦਿੱਤੇ ਹੋਏ ਚਿੰਨ੍ਹ ਨਹੀਂ ਭੁੱਲੇ। ਅਸੀਂ 84 ਦਾ ਕਿਵੇਂ ਭੁੱਲ ਜਾਂਗੇ? ਤੇ ਇਹਨਾਂ ਨੂੰ ਕੋਈ ਨਵਾਂ ਚਿੰਨ੍ਹ ਨਾ ਦਿਓ। ਪਰ ਆਹ ਜਿਹੜੇ ਬਿੱਲ ਦਿੱਤੇ, ਇਹਨਾਂ ਨੂੰ ਸਮਝ ਹੀ ਨਹੀਂ ਆਈ ਇਹ ਚਿੰਨ੍ਹ ਦੇ ਗਏ ਸਾਨੂੰ, ਤੇ ਉਸ ਚਿੰਨ੍ਹ ਨੇ ਸਾਡੇ ਅੰਦਰ ਪਹਿਲੀ ਵਾਰੀ ਬਹੁਤ ਸਮੇਂ ਬਾਅਦ ਇਤਿਹਾਸ 'ਚ ਇਹ ਗੱਲ ਭਰਤੀ ਵੀ ਅਸੀਂ ਗੁਲਾਮ ਆ। ਜਦੋਂ ਤੱਕ ਸਾਡੇ ਕੋਲੇ ਸਾਡੀ ਖੁਦਮੁਖਤਿਆਰੀ ਨਹੀਂ ਹੋਊਗੀ, ਜਾਂ ਜਦੋਂ ਤੱਕ ਸਾਡੇ ਕੋਲੇ ਸਾਡੀ ਆਜ਼ਾਦੀ ਨਹੀਂ ਹੋਊਗੀ, ਉਦੋਂ ਤੱਕ ਇਹ ਗੁਲਾਮੀ ਸਾਨੂੰ ਤੰਗ ਕਰਦੀ ਰਹੂਗੀ। ਸਾਨੂੰ ਤੁਰਦਿਆਂ ਫਿਰਦਿਆਂ, ਸੌਂਦਿਆਂ ਜਾਗਦਿਆਂ ਇਹ ਤੰਗ ਹੀ ਕਰੂਗੀ ਸਾਡੇ। ਸੋ ਪੰਜਾਬ ਕਿਉਂ ਉੱਠਿਆ, ਪੰਜਾਬ 'ਚ ਕਿਉਂ ਉਭਾਰ ਆਇਆ ਇਹ? ਕਿਉਂਕਿ ਪੰਜਾਬ ਜਦੋਂ ਜਦੋਂ ਗੁਲਾਮੀ ਦਾ ਅਹਿਸਾਸ ਪੰਜਾਬੀਆਂ ਦੇ ਅੰਦਰ ਆਊਗਾ, ਪੰਜਾਬੀ ਉਦੋਂ ਟਿਕਣਗੇ ਨਹੀਂ। ਫਿਰ ਤੁਸੀਂ ਦੇਖਿਓ ਜਿਵੇਂ ਸੰਗਤ ਆ ਰਹੀ ਆ, ਕੋਈ ਅੰਮ੍ਰਿਤਸਰੋਂ ਆਉਂਦਾ, ਕੋਈ ਬਠਿੰਡੇ ਵਾਲੇ ਪਾਸਿਓਂ ਆਉਂਦਾ, ਕੋਈ ਫਾਜ਼ਿਲਕਾ ਤੋਂ ਆਉਂਦਾ, ਕੋਈ ਇੱਧਰੋਂ ਚੰਡੀਗੜ੍ਹੋਂ ਆਉਂਦਾ, ਮੋਹਾਲੀਓਂ ਆਉਂਦਾ, ਰੋਪੜ ਤੋਂ ਆਉਂਦੇ ਆ। ਅਗਲੇ ਕਹਿੰਦੇ ਆ ਵੀ ਬਸ ਆਉਣਾ ਜੀ, ਅਸੀਂ ਤਾਂ ਇੱਥੇ ਆਉਣਾ ਸੀ, ਤੁਹਾਨੂੰ ਮਿਲ ਕੇ ਜਾਣਾ। ਹੁਣ ਇਹ ਗੱਲ ਵੀ ਆਪਾਂ ਸਮਝਦੇ ਹਾਂ ਵੀ ਮਿਲ ਕੇ ਜਾਣਾ ਤੁਹਾਨੂੰ, ਤੁਹਾਡੇ ਕੋਲੇ ਤਾਂ ਆਉਣਾ ਸੀ ਜੀ। ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਕਿਉਂ ਆਏ ਆ, ਜਾਂ ਕੀ ਗੱਲ ਕਰ ਰਹੇ ਆ, ਕੀ ਜਜ਼ਬਾ ਉਹਨਾਂ ਨੂੰ ਖਿੱਚ ਕੇ ਲੈ ਕੇ ਆ ਰਿਹਾ। ਜਜ਼ਬਾ ਉਹਨਾਂ ਦੇ ਅੰਦਰ ਹੀ ਆ। ਹਾਲਾਂਕਿ ਮੇਰੇ ਕੋਲੇ ਕਿਹੜੀ ਗਿੰਦੜ ਸਿੰਘੀ ਆ ਵੀ ਮੈਂ ਦੇ ਦੂੰਗਾ ਤੇ ਉਹ ਖਿੱਚੇ ਤੁਰੇ ਆਉਣਗੇ। ਪਰ ਹੁਣ ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਆ।
ਜਦੋਂ ਰੂਹਾਂ ਦੀ ਗੱਲ ਕਰਦੇ ਆ ਨਾ, ਮਨੁੱਖਾਂ ਦੀ ਗੱਲ ਕਰਦੇ ਆ, ਉਹਦੇ ਅੰਦਰ ਰੂਹਾਂ ਵਸਦੀਆਂ, ਔਰ ਰੂਹਾਂ 'ਚ ਸਭ ਕੁਛ ਫਿਜ਼ੀਕਲ ਨਹੀਂ ਹੁੰਦਾ, ਸਾਹਮਣੇ ਨਹੀਂ ਹੁੰਦਾ, ਵੀ ਮੈਟਾਫਿਜ਼ੀਕਲ ਬੜਾ ਕੁਛ ਹੁੰਦਾ। ਮੈਡੀਕਲ ਸਾਇੰਸ ਨੇ ਤਾਂ ਫਿਜ਼ੀਕਲ ਜਿਹੜਾ ਆਪਣਾ ਸਰੀਰ ਆ ਨਾ, ਉਹਨੂੰ ਫਿਜ਼ੀਕਲ ਰੂਪ 'ਚ ਸਮਝਿਆ। ਮੈਟਾਫਿਜ਼ੀਕਲ ਆ ਜਿਹੜਾ, ਜਿੱਥੇ ਜਜ਼ਬਾ ਪਿਆ, ਜਿੱਥੇ ਸ਼ਰਧਾ ਪਈ ਆ, ਜਿੱਥੇ ਅਸੀਂ ਕਹਿੰਦੇ ਹਾਂ ਅਸੀਂ ਲੜਦੇ ਹਾਂ, ਕੋਈ ਵਰਤਾਰੇ 'ਚ ਕੁਛ ਕੰਮ ਕਰ ਜਾਂਦੇ ਹਾਂ, ਸ਼ਹੀਦੀ ਦੇ ਜਾਂਦੇ ਹਾਂ, ਉਹ ਜਿਹੜਾ ਉਹ ਕਿੱਥੋਂ ਨਿਕਲਦੀਆਂ, ਉਹ ਗੱਲ ਕਦੇ ਸਾਇੰਸ ਨੇ ਨਹੀਂ ਸਮਝੀ, ਮੈਡੀਕਲ ਸਾਇੰਸ ਨੇ ਨਹੀਂ ਸਮਝੀ, ਕਿਸੇ ਕਮਿਊਨਿਸਟ ਨੇ ਨਹੀਂ ਸਮਝੀ, ਕਿਸੇ ਸੋਸ਼ਲਿਸਟ ਨੇ ਨਹੀਂ ਸਮਝੀ, ਕਿਸੇ ਨੈਸ਼ਨਲਿਸਟ ਨੇ ਨਹੀਂ ਸਮਝੀ। ਔਰ ਜਿਹੜਾ ਮੈਟਾਫਿਜ਼ੀਕਲ ਐਸਪੈਕਟ ਆ ਨਾ ਸਾਡੇ ਅੰਦਰ, ਕਿਸੇ ਵੀ ਮਨੁੱਖ ਦੇ ਅੰਦਰ, ਅਸਲ 'ਚ ਤੁਹਾਨੂੰ ਜ਼ਿੰਦਗੀ 'ਚ ਚਲਾਉਂਦਾ ਉਹੀ ਆ। ਹੁਣ ਮਾਂ ਕਿੰਨਾ ਪਿਆਰ ਕਰਦੀ ਆ, ਮਾਂ ਦੇ ਪਿਆਰ ਦੀ ਕੋਈ ਪਰਿਭਾਸ਼ਾ ਦੇ ਸਕਦਾ ਜਾਂ ਉਹਦਾ ਮਕਦਾਰ ਜਿਹੜਾ ਉਹਦੀ ਤੈਅ ਕਰ ਸਕਦਾ? ਉਹ ਮੈਟਾਫਿਜ਼ੀਕਲ ਐਸਪੈਕਟ ਆ। ਕਿੱਥੋਂ ਆਉਂਦਾ ਮਾਂ ਕੋਲੇ ਉਹ ਪਿਆਰ? ਮਾਂ ਰੋਟੀ ਵੀ ਬਣਾਉਂਦੀ ਆ ਤੇ ਉਹਦੇ ਹੱਥਾਂ ਦੀ ਰੋਟੀ ਕਿੰਨੀ ਸਾਨੂੰ ਸਵਾਦ ਲੱਗਦੀ ਆ, ਉਹ ਮੈਟਾਫਿਜ਼ੀਕਲ ਐਸਪੈਕਟ ਆ। ਕਿੱਡਾ ਵੱਡਾ ਇਹਦਾ ਸਾਡੇ ਜ਼ਿੰਦਗੀ 'ਚ ਇਸ ਮੈਟਾਫਿਜ਼ੀਕਲ ਐਸਪੈਕਟ ਦਾ ਯੋਗਦਾਨ ਆ, ਅਸੀਂ ਕਦੇ ਸਮਝਦੇ ਨਹੀਂ। ਕੁੱਕੀ ਗਿੱਲ, ਉਹ ਬੰਦੇ ਨੇ ਮਾਕਨ ਨੂੰ ਮਾਰਿਆ, ਹੋਰ ਬਥੇਰੇ ਕੰਮ ਕੀਤੇ, ਤੇ ਅੱਜ ਕੁੱਕੀ ਗਿੱਲ ਨੂੰ ਜਦੋਂ ਇੰਟਰਵਿਊ ਕਰਦੇ ਆ ਤੇ ਕੁੱਕੀ ਗਿੱਲ ਕਹਿੰਦਾ ਵੀ ਮੈਂ ਤਾਂ ਗੁੱਸੇ 'ਚ ਕਰ ਬੈਠਾ। ਫਿਰ ਗੁੱਸੇ 'ਚ ਹੋਰ ਬਹੁਤ ਕੰਮ ਕਿਉਂ ਨਹੀਂ ਕਰਦੇ? ਸਮਝ ਨਹੀਂ ਆਉਂਦੀ। ਕਈ ਵਾਰੀ ਐਡੇ ਵੱਡੇ ਯੋਧਿਆਂ ਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਲੜ ਕਿਉਂ ਗਏ, ਅਸੀਂ ਸ਼ਹੀਦੀਆਂ ਕਿਉਂ ਦੇਤੀਆਂ, ਅਸੀਂ ਮਿੱਥ ਕਿਉਂ ਸਿਰਜਤੇ ਉਹਨਾਂ ਸ਼ਹੀਦੀਆਂ ਦੇ, ਕਿਉਂਕਿ ਉਹ ਮੈਟਾਫਿਜ਼ੀਕਲ ਐਸਪੈਕਟ 'ਤੇ ਕਦੇ ਕੋਈ ਧਿਆਨ ਹੀ ਨਹੀਂ ਦਿੰਦਾ। ਤੇ ਸਾਡੀ ਜ਼ਿੰਦਗੀ ਉੱਥੋਂ ਚੱਲਦੀ ਆ, ਸਾਨੂੰ ਗਾਈਡ ਹੀ ਉਹ ਕਰਦੀ ਆ। ਅੱਜ ਆਪਾਂ ਇੱਥੇ ਬੈਠੇ ਆ, ਮੈਂ ਮਹਾਰਾਸ਼ਟਰ ਬੰਬੇ ਛੱਡ ਕੇ ਇੱਥੇ ਕਿਉਂ ਬੈਠਾ, ਉਹੀ ਮੈਟਾਫਿਜ਼ੀਕਲ ਐਸਪੈਕਟ ਆ ਵੀ ਨਹੀਂ ਯਾਰ, ਅਸੀਂ ਆਪਦੀ ਹੋਂਦ, ਆਪਦੇ ਸੱਭਿਆਚਾਰ ਨੂੰ, ਆਪਦੀ ਧਰਤੀ ਨੂੰ, ਆਪਦੇ ਲੋਕਾਂ ਨੂੰ ਕਿਵੇਂ ਬਚਾਈਏ, ਉਹਨਾਂ ਖਾਤਰ ਕਿਵੇਂ ਲੜੀਏ। ਹੁਣ ਇਸ ਗੱਲ ਦੀ ਜਦੋਂ ਤੱਕ ਇਹ ਗੱਲ ਸਰਕਾਰਾਂ ਨਹੀਂ ਸਮਝ ਸਕਦੀਆਂ, ਤਾਂ ਹੀ ਮੈਂ ਕਹਿੰਦਾ ਨਾ ਦਿੱਲੀ ਨੂੰ ਸਾਡੀ ਸਮਝ ਨਹੀਂ। ਔਰ ਜਦੋਂ ਹੁਣ ਮੈਟਾਫਿਜ਼ੀਕਲ ਐਸਪੈਕਟ ਨੂੰ ਇੱਕ ਹੋਰ ਢੰਗ 'ਚ ਆਪਾਂ ਸਮਝਦੇ ਹਾਂ, ਜਦੋਂ ਗੁਰੂ ਸਾਹਿਬ ਕਹਿੰਦੇ 1.25 ਲੱਖ ਸੇ ਇੱਕ ਲੜਾਊਂ, ਔਰ 1.25 ਲੱਖ ਨਾਲ ਇੱਕ ਲੜਿਆ, ਉਹਨਾਂ ਨੇ ਕਰਕੇ ਦਿਖਾਇਆ। ਕਿਉਂ? ਉਹੀ ਮੈਟਾਫਿਜ਼ੀਕਲ ਐਸਪੈਕਟ ਆ ਉਹਨਾਂ 'ਚ, ਪੂਰਨ ਵਿਸ਼ਵਾਸ ਗੁਰੂ 'ਚ ਵੀ ਗੁਰੂ ਕੁਛ ਵੀ ਕਰ ਸਕਦਾ। ਗੁਰੂ ਕਾਇਆ ਕਲਪ ਜਮਾਂ ਹੀ ਪਲਟ ਸਕਦਾ। ਗੁਰੂ ਹਰ ਕਿਸੇ ਸਥਿਤੀ ਨੂੰ ਕਾਇਆ ਹੀ ਕਲਪ ਹੋ ਜਾਂਦੀ ਆ। ਤੇ ਜਦੋਂ ਐਡਾ ਵਿਸ਼ਵਾਸ ਗੁਰੂ 'ਚ ਬਣਿਆ ਹੋਵੇ, ਔਰ ਉਹ ਉਸੇ ਮੈਟਾਫਿਜ਼ੀਕਲ ਐਸਪੈਕਟ 'ਚ ਬਣਦਾ। ਰੂਹਾਂ ਦੀ ਗੱਲ ਕਰ ਰਹੇ ਹਾਂ ਇੱਥੇ, ਸਰੀਰ ਦੀ ਗੱਲ ਕੁਛ ਨਹੀਂ ਹੁੰਦੀ, ਗੱਲ ਅਸਲ ਰੂਹਾਂ 'ਚ ਪਈ ਆ। ਸੋ ਉਹਨਾਂ ਨੇ 1.25 ਲੱਖ ਨਾਲ ਉਹ ਸਿੰਘ ਜਦੋਂ ਸੀ, ਉਹ ਇੱਕ ਇੱਕ ਸਿੰਘ ਲੜ ਗਿਆ। ਤੁਸੀਂ ਇੱਥੇ ਬੈਠੇ ਹੋ, ਅਸੀਂ ਬੈਠੇ ਹਾਂ, ਸਾਰੇ ਆਪਾਂ ਜੇ ਬੈਠੇ ਹਾਂ, ਸਾਨੂੰ ਪਤਾ ਵੀ ਦਿੱਲੀ ਦਾ ਤਾਕਤ ਉਹਨਾਂ ਕੋਲੇ ਕਿੱਡੀ ਵੱਡੀ ਪਾਵਰ ਆ, ਪਰ ਅਸੀਂ ਪਰਵਾਹ ਕਰਦੇ ਹਾਂ? ਅਸੀਂ ਇਸ ਗੱਲ ਦੀ ਪਰਵਾਹ ਕਰਦੇ ਹਾਂ ਵੀ ਫੌਜ ਆ ਜਾਏ, ਕੋਈ ਨਹੀਂ, ਕਿਤੇ ਨਾ ਕਿਤੇ ਅੰਦਰ ਅਸੀਂ ਇਹ ਮਿੱਥ ਕੇ ਆਉਣੇ ਆ ਵੀ ਯਾਰ ਕੋਈ ਨਹੀਂ, ਪੁਲਿਸ ਆ ਜਾਏ, ਫੌਜ ਆ ਜਾਏ, ਕੋਈ ਪੈਰਾ ਮਿਲਟਰੀ ਫੋਰਸ ਆ ਜਾਏ, ਕੋਈ ਨਹੀਂ, ਆ ਜਾਣ ਦਿਓ। ਫਿਰ ਇਹ ਇਹੀ ਤਾਂ ਜਜ਼ਬਾ, ਇਹਨੂੰ ਨਹੀਂ ਸਮਝ ਸਕਦੀ ਦਿੱਲੀ ਕਦੇ ਵੀ, ਕਿਉਂਕਿ ਉਹਨਾਂ ਨੇ ਜ਼ਿੰਦਗੀ ਕਦੇ ਐਂ ਜਿਉਂ ਹੀ ਨਹੀਂ ਆ। ਇਹਨਾਂ ਫਲਸਫਿਆਂ ਨੂੰ ਸਮਝਿਆ ਹੀ ਨਹੀਂ ਆ। ਇਹਨਾਂ ਫਲਸਫਿਆਂ ਨੇ ਉਹਨਾਂ ਨੂੰ ਪੈਦਾ ਹੀ ਨਹੀਂ ਕੀਤਾ। ਉਹਨਾਂ ਨੂੰ ਤਾਂ ਪੈਦਾ ਕੀਤਾ, ਉਹਨਾਂ ਨੂੰ ਦੇਸ਼ ਪਤਾ ਕੀ ਦਿਖਦਾ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਆ ਸਰਹੱਦਾਂ ਦੇ ਅੰਦਰ ਇੱਕ ਦੇਸ਼ ਆ। ਉਹ ਪਤੰਦਰ ਧਰਤੀ ਨੂੰ ਹੀ ਦੇਸ਼ ਮੰਨੀ ਬੈਠੇ ਆ। ਉੱਥੇ ਰਹਿੰਦੇ ਲੋਕਾਂ ਨੂੰ ਨਹੀਂ ਉਹ ਸਮਝਦੇ ਵੀ ਦੇਸ਼ ਆ। ਜੇ ਲੋਕਾਂ ਨੂੰ ਦੇਸ਼ ਸਮਝਦੇ ਹੁੰਦੇ ਤਾਂ ਸਾਡੀ ਖਬਰ ਲੈਣੀ ਸੀ ਉਹਨਾਂ ਨੇ ਅੱਜ ਤਾਈਂ, ਪਰ ਉਹਨਾਂ ਨੇ ਨਹੀਂ ਖਬਰ ਲੈਣੀ, ਕਿਉਂਕਿ ਸਾਨੂੰ ਦੇਸ਼ ਹੀ ਨਹੀਂ ਸਮਝਦੇ। ਔਰ ਪੰਜਾਬੀਆਂ ਨੂੰ ਤਾਂ ਖਾਸ ਕਰਕੇ, ਸਾਡੇ ਤਾਂ ਪਿੱਛੇ ਆਏ ਆ ਨਾ ਵੀ ਇਹਨਾਂ ਨੂੰ ਦਬਾਓ, ਇਹਨਾਂ ਨੂੰ ਇਹਨਾਂ ਦੀ ਧਰਤੀ ਨਾਲੋਂ ਤੋੜੋ। ਪਰ ਜਿਹੜੇ ਫਲਸਫਿਆਂ 'ਤੇ ਅਸੀਂ ਖੜੇ ਹਾਂ, ਜਿਹੜੇ ਸਿਧਾਂਤ 'ਤੇ ਖੜੇ ਹਾਂ, ਤੇ ਜਿਹੜੇ ਗੁਰੂਆਂ ਦੀ ਧਰਤੀ ਆ ਇਹ, ਜਿਨ੍ਹਾਂ ਨੇ ਵਸਾਈ ਆ, ਉੱਥੋਂ ਸਾਨੂੰ ਕਿੱਥੋਂ ਤੋੜ ਲੈਣਗੇ ਇਹ? ਸਾਨੂੰ ਏਸ਼ੀਆ ਦੀਆਂ ਵੱਡੀਆਂ ਫੋਰਸਾਂ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਵਰਗੇ ਨਹੀਂ ਤੋੜ ਸਕੇ,
सारे वर्ल्ड ते अंग्रेज राज करके वो नहीं तोड़ सके तो दिल्ली कित्थों तोड़ दूगी सानू। सो जिहड़ी गल आपां कर रहे हैं इहदे च एक कौमीयत दी एक गल ते आपां वापस आउणे आ। जिहड़ा ये देश बनिया नैशनलिज्म, इंडिया इज़ वन नेशन, ये कहिंदे आ। इंडिया इज़ नॉट अ वन नेशन, इंडिया इज़ अ नोशन एंड इट्स अ मल्टी कल्चरल सोसाइटी। बहुत कौमीयत आ जिहड़ी इत्थे वसदी आ। बहुत कौमीयत च साडी कौम भी एक कौम आ। जदों सानू इस यूनीयन च इन्हां ने रलाया, सानू इन्हां ने वादे कीते सी भी तुहाडी कौमीयत नू, तुहाडे फलसफे नू, तुहाडे सभ्याचार नू असीं बचा के रखांगे, तुहानू मान सन्मान देवांगे। ਉਹ वादे ਤਾਂ देश ਬਣਦੇ ही तोड़ते। जिद्दां इंडिया नेशन का एक कॉन्सैप्ट ये सामने लैके आए, इन्होंने तोड़ते। इन्होंने तो तोड़ते पर असीं आपदे विचों किवें कढ दईए। हुण जदों जदों उस कौमीयत ते सੱਟ वजदी आ असीं खड़े हो जाने आ। अज जे असीं आपदी होंद दी लड़ाई लड़ रहे हैं ना, सੱਟ एक्चुअली उस कौमीयत ते वजी आ। और जिहड़ा बंदा उस कौमीयत ते सੱਟ मारदा, सरकारां च जो जिहड़ी दिल्ली सरकार ये हुण तो नहीं मार रहे, 1947 तो लगे आ। ये जदों जदों कौमीयत ते सੱਟ मारनगे असीं खड़े होवांगे। पर इस उभार च सब तो वड्डी गल साडे कोले की आ, इस उभार च कौमीयत का जज्बा एडा वड्डा प्रतੱਖ रूप च सामने आ गया। लोगों ने ये गल समझ ली भी दिल्ली साडे कदे नहीं हो सकती। ये गल कदे भी नहीं समझी गई सी। हुण पंजाब ने, पंजाब दे लोगों ने ये गल समझ ली भी पंजाब दी दिल्ली कदे नहीं हो सकती। ये साडी बहुत वड्डी जिੱਤ आ। हुण इदों अगे लड़ाई नूं किवें लड़ना, गल इत्थे खड़ी आ। इदों अगली लड़ाई लड़न लई साडे कोले समाजिक बहुत वड्डी एक जथेबंदी होनी चाहिए है, क्योंकि साडे कोले साडी समाजिक जथेबंदी भी है नहीं। साडे कोले एक बहुत निरोल पंजाब दी सियासत दी जथेबंदी होनी चाहिए है, साडे कोले वो भी है नहीं। इस संघर्ष च जे आपां कल्ले किसानी दे संघर्ष की गल करिए, असीं आपदे लई कोई पंजाब पक्षी किसानी का मॉडल ही खड़ा कर जाइए, जिहड़ा मॉडल साडे वातावरण नूं भी समझे, साडे किसानां नूं खुदकुशियां ना देवे, करजे ना चढ़ाए उन्हां ते, जिहड़ा मॉडल साडियां फसलां दे असीं मुੱਲ की है वो आप तय करिए, बेचनी कित्थे है वो आप तय करिए। असीं पश्चिम वाले पासे भेजनी है कि पूर्व वाले पासे भेजनी है। साडा तां ਵਪਾਰ ਦਾ ਵਹਿਣ भी उधर ਨੂੰ ਹੁੰਦਾ ਸੀ। ਇਹਨਾਂ ਨੇ ਜਦੋਂ ਤੋਂ ਪੁੱਠੇ ਪਾਸੇ ਲਾਇਆ ਅਸੀਂ ਉਦੋਂ ਤੋਂ देख लो थल्ले नूं आए हैं। सो असी उहदा मंडीकरण, उहदियां मंडियां, उहदे मुੱਲ ते साडी मिट्टी, पानी ते आबो हवा, ये सब कुछ इहदियां नीतियां आप तय करिए। एक सानूं मॉडल उसारना पैना किसानी दा। उस मॉडल वो ऐ नहीं उसारिया जाना। वो मॉडल उसारन खातर सानूं एक प्लेटफॉर्म तैयार करके उहदे ते डिस्कशन करनी पैनी है। फिर इवॉल्व हो के वो मॉडल निकलूगा। वो मॉडल उही होऊगा या उहदियां जिहड़ियां पैड़ां या लीहां वो होणगियां जिहड़ियां खालसा राज च सरकार खालसा वेले हुंदियां सी। क्योंकि उस तो बाद अंग्रेज़ आ गए, अंग्रेज़ां ने आपदा मॉडल देता, फिर दिल्ली आ गई तो दिल्ली ने आपदा मॉडल देता। साडा तां जिहड़ा मॉडल सी आत्म निर्भरता दा वो खालसा राज वेले हुंदा सी। उहदियां पैड़ां ते लीहां हजे भी पईयां, हजे भी साडे कोले नैचुरल रिसोर्सिस ते ह्यूमन रिसोर्सिस वो हैगे जिहदे नाल वो मॉडल उसारिया जा सकदा। पर इहदे ते सानूं बह के गल करनी पऊगी, इहदे ते डिस्कशन होऊगी, इहदे ते जिहड़े एग्रो इकोनॉमिस्ट आ, एग्रो साइंटिस्ट आ या होर इंटलैक्चुअल वर्ग आ पंजाब दा, वो बैठण इहदे ते गलबात करन ते इहदे चों फिर एक मॉडल कढीए। असीं वो मॉडल नूं लागू कराउण वास्ते साडे कोले हक है नहीं। असीं आपदे फैसले तो ले ही नहीं सकते। जे साडे कोले हक है नहीं, इहदा मतलब सानूं आपदे हक्कां लई लड़ना पैना। ते हक्कां लई कौन लड़ूगा? सियासी लड़ाई, ये तो पोलीटिकल लड़ाई होगी ना, फिर सियासी लड़ाई होगी। हक्कां लई सियासी लड़ाई लड़ू कोई सियासी धिर, तो वो साडे कोले सियासी धिर भी है नहीं।
ਪੰਜਾਬ ਕੋਲੇ ਜਿਹੜੀ ਕੋਈ ਪੰਜਾਬ ਪੱਖੀ ਸਿਆਸੀ ਧਿਰ ਹੋਵੇ, ਨਿਰੋਲ ਪੰਜਾਬ ਦੀ ਹੋਵੇ, ਦਿੱਲੀ ਤੋਂ ਉਹਦਾ ਸੰਚਾਲਨ ਨਾ ਹੁੰਦਾ ਹੋਵੇ, ਉਹ ਵੀ ਹੈ ਨਹੀਂ। ਸੋ ਗੱਲ ਕਿੱਥੇ ਆਉਂਦੀ ਆ? ਗੱਲ ਇਹਦਾ ਮਤਲਬ ਆ ਕੇ ਇੱਥੇ ਖੜਦੀ ਆ ਵੀ ਆਪਦੀ ਸਿਆਸਤ ਖੜੀ ਕਰੋ, ਸਿਆਸਤ ਦੇ ਨਾਲ ਉਹਨਾਂ 'ਤੇ ਇੱਕ ਪਹਿਰਾਦਾਰੀ ਸਿਸਟਮ ਖੜੀ ਕਰੋ ਤਾਂ ਕਿ ਉਹ ਸਿਆਸਤਦਾਨ ਹਿੱਲਣ ਨਾ, ਉਹ ਉਹਨਾਂ ਸਿਧਾਂਤਾਂ 'ਤੇ ਪਹਿਰਾ ਦਿੰਦੇ ਰਹਿਣ ਜਿਹੜੇ ਪੰਜਾਬ ਪੱਖੀ ਹੋਣ। ਫਿਰ ਉਹ ਸਿਆਸਤ ਸਾਡੇ ਵਾਸਤੇ ਦਿੱਲੀ ਨਾਲ ਲੜੇ ਅਤੇ ਸਾਡੇ ਵਾਸਤੇ ਚਾਹੇ ਕਿਸਾਨੀ ਦਾ ਮਾਡਲ ਆ, ਚਾਹੇ ਸਿੱਖਿਆ ਦਾ ਮਾਡਲ ਆ, ਚਾਹੇ ਉਹ ਪ੍ਰਵਾਸ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਸਾਡੇ ਮਸਲੇ ਆ, ਜਾਂ ਪੰਜਾਬ ਦੇ ਪਾਣੀਆਂ ਦੇ ਮਸਲੇ ਆ, ਇਹ ਸਾਰੇ ਮਸਲੇ ਨਜਿੱਠੇ ਜਾਣ। ਸਾਡੀ ਸੱਭਿਆਚਾਰਕ, ਸਾਡੀ ਹੋਂਦ ਦੇ ਮਸਲੇ, ਸਾਡੀ ਕੌਮੀਅਤ ਨੂੰ ਖੜਾ ਕੀਤਾ ਜਾਵੇ। ਸੋ ਇਹ ਇੱਕ ਤਾਣਾ ਬਾਣਾ ਲੜਾਈ ਦਾ। ਹੁਣ ਇਹਨੂੰ ਲੜਨਾ ਕਿਵੇਂ ਆ, ਇਹਦਾ ਫੌ ਕਿੱਧਰੋਂ ਕਿਵੇਂ ਪਊਗਾ, ਇਹੀ ਗੱਲ ਆਪਾਂ ਡਿਸਾਈਡ ਕਰਨੀ ਆ। ਇਸੇ ਗੱਲ ਖਾਤਰ ਜਦੋਂ ਆਪਾਂ ਸ਼ੰਭੂ ਮੋਰਚੇ ਦੀ ਗੱਲ ਕਰਦੇ ਹਾਂ, ਸ਼ੰਭੂ ਮੋਰਚਾ ਰਿਆਇਤਾਂ ਖਾਤਰ ਤੇ MSP ਖਾਤਰ ਨਹੀਂ ਲੱਗਿਆ। ਸ਼ੰਭੂ ਮੋਰਚਾ ਹਾਲਾਤ ਨੂੰ ਸਮੁੱਚਤਾ 'ਚ ਸਮਝ ਕੇ ਤੇ ਅੱਗੇ ਕਿਵੇਂ ਵਧਿਆ ਜਾਵੇ, ਇਸ ਗੱਲ ਖਾਤਰ ਲਾਇਆ ਗਿਆ। ਤੇ ਇਸ ਗੱਲ 'ਤੇ ਵਿਚਾਰ ਹੋਣੀ ਚਾਹੀਦੀ ਆ, ਇਸ ਗੱਲ 'ਤੇ ਆਪਸ 'ਚ ਆਪਾਂ ਮੰਥਨ ਕਰੀਏ, ਬ੍ਰੇਨ ਸਟੋਰਮਿੰਗ ਡਿਸਕਸ਼ਨ ਕਰੀਏ, ਨਾ ਕਿ ਇਹਨਾਂ ਗੱਲਾਂ 'ਚ ਉਲਝੀਏ ਵੀ ਖਾਲਿਸਤਾਨ ਦਾ ਨਾਰਾ ਲੱਗਿਆ ਕਿ ਨਹੀਂ ਲੱਗਿਆ, ਸੰਤਾਂ ਦੀ ਫੋਟੋ ਲਾਈ ਆ ਕਿ ਨਹੀਂ ਲਾਈ ਆ, ਜਾਂ ਤੁਸੀਂ ਇਹਦੇ 'ਤੇ ਕੀ ਸਟੈਂਡ ਲਿਆ, ਤੁਹਾਡਾ ਸਟੈਂਡ ਕਲੀਅਰ ਕਰੋ। ਇਹਨਾਂ ਗੱਲਾਂ ਦਾ ਤਾਂ ਹਜੇ ਸਾਡੇ ਕੋਲੇ ਬਹੁਤ ਸਮਾਂ ਪਿਆ। ਜਦੋਂ ਅਸੀਂ ਪਾਤਸ਼ਾਹੀ ਦਾਅਵੇ 'ਤੇ ਹੀ ਰੱਖੀ ਜਾਂਦੇ ਹਾਂ, ਫਿਰ ਇਹ ਗੱਲਾਂ ਤਾਂ ਸਾਰੀਆਂ ਵਿੱਚ ਹੀ ਆ ਜਾਂਦੀਆਂ ਉਹਦੇ। ਸਤਿ ਸ੍ਰੀ ਅਕਾਲ। ਸੋ ਇਸ ਕਰਕੇ ਹਾਂਜੀ 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 ਦੇਖੋ, ਪ੍ਰਵਾਸ ਇੱਕ ਸਾਡਾ ਬੜਾ ਵੱਡਾ ਮਸਲਾ। ਔਰ ਪ੍ਰਵਾਸ, ਹਾਂ ਕੱਲਾ ਪ੍ਰਵਾਸ, ਤੁਸੀਂ ਦੇਖੋ ਪ੍ਰਵਾਸ 'ਤੇ ਅੱਜ ਤੱਕ ਕਿਸੇ ਯੂਨੀਵਰਸਿਟੀ ਨੇ, ਕਿਸੇ ਕਾਲਜ ਨੇ, ਕਿਸੇ ਇੰਟਲੈਕਚੁਅਲ ਵਰਗ ਨੇ ਗੱਲ ਹੀ ਨਹੀਂ ਕੀਤੀ। ਬ੍ਰੇਨ ਡਰੇਨ ਜਿਹੜਾ ਹੋ ਰਿਹਾ ਪੰਜਾਬ 'ਚੋਂ, ਔਰ ਜਦੋਂ ਉਹਦੇ 'ਤੇ ਗੱਲ ਨਹੀਂ ਕੀਤੀ, ਇਹਦੇ ਤੋਂ ਸਾਡੀ ਸਮਾਜਿਕ ਹੁਣ ਬਣਤਰ ਕਿੱਥੇ ਚਲੀ ਗਈ ਆ, ਉਹਦਾ ਵੀ ਖਾਸਾ ਸਮਝ ਆ ਜਾਂਦਾ। ਸਮਾਜਿਕ ਬਣਤਰ ਚਲੀ ਇੱਥੋਂ ਤੱਕ ਗਈ ਆ ਵੀ ਜਿਹੜੇ ਸਕੂਲ ਕਾਲਜਸ ਜਾਂ ਯੂਨੀਵਰਸਿਟੀ ਬਣੀਆਂ, ਉਹ ਨੈਸ਼ਨਲਿਸਟਿਕ ਅਪਰੋਚ ਜਿਹੜੀ ਆ ਜਾਂ ਨੇਸ਼ਨ ਬਿਲਡਿੰਗ ਦਾ ਜਿਹੜਾ ਕੌਨਸੈਪਟ ਆ, ਉਹਨੂੰ ਮੱਦੇ ਨਜ਼ਰ ਰੱਖ ਕੇ, ਉਹਨੂੰ ਮੁੱਖ ਰੱਖ ਕੇ ਬਣੀਆਂ ਹੋਈਆਂ। ਇਹਦੇ 'ਚ ਉਹਨਾਂ ਐਜੂਕੇਸ਼ਨ ਇੰਸਟੀਚਿਊਟਸ 'ਚ ਪੰਜਾਬ ਪੱਖੀ ਜਾਂ ਸਾਡੀ ਪੰਜਾਬੀ ਕੌਮੀਅਤ ਪੱਖੀ ਇਹ ਸਿੱਖਿਆ ਹੀ ਹੈ ਨਹੀਂ, ਹੈ ਨਾ। ਸੋ ਪ੍ਰਵਾਸ ਦੇ ਨਾਲ ਪਹਿਲੀ ਮੂਲ ਗੱਲ ਤਾਂ ਸਾਡੇ ਇਹ ਸਮਝ ਆਉਂਦੀ ਆ ਵੀ ਅੱਜ ਤੱਕ ਸੈਮੀਨਾਰ ਨਹੀਂ ਹੋਏ ਇਹਦੇ 'ਤੇ, ਅੱਜ ਤੱਕ ਐਡੇ ਵੱਡੇ ਲੈਵਲ 'ਤੇ ਪ੍ਰਵਾਸ ਪੰਜਾਬ 'ਚੋਂ ਚੱਲਦਾ, ਇਹਦੇ 'ਤੇ ਕੋਈ ਗੱਲ ਨਹੀਂ ਕਰ ਰਿਹਾ। ਪਾਸ਼ ਦੀ ਕਵਿਤਾ 'ਤੇ PhDਆਂ ਹੋ ਜਾਂਦੀਆਂ, ਪਰ ਪ੍ਰਵਾਸ ਦੀ ਗੱਲ ਨਹੀਂ ਕੀਤੀ ਜਾ ਰਹੀ, ਹੈ ਨਾ। ਸੋ ਇਸ ਕਰਕੇ ਸਾਨੂੰ ਸਾਡੀ ਸਿੱਖਿਆ ਦਾ ਬਣਤਰ ਵੀ ਸਮਝ ਆ ਜਾਂਦੀ ਆ ਅਤੇ ਸਾਡੀ ਸਮਾਜਿਕ ਬਣਤਰ ਸਮਝ ਆ ਜਾਂਦੀ ਆ ਉੱਥੋਂ ਸਾਨੂੰ। ਹੁਣ ਪ੍ਰਵਾਸ ਨੂੰ ਜਦੋਂ ਦੇਖਣਾ, ਤੇ ਪ੍ਰਵਾਸ ਦੇ ਕਈ ਕਾਰਨ ਬਣਦੇ ਆ। ਪ੍ਰਵਾਸ ਦਾ ਬਹੁਤ ਪੱਖੀ ਇਹਦਾ ਜਿਹੜੀ ਰਿਐਲਿਟੀ ਆ ਇਹ, ਹੈ ਨਾ, ਇਹ ਸਟੈਟਿਕ ਨਹੀਂ ਆ, ਆਰਥਿਕ ਵੀ ਆ, ਜਾਤ ਪਾਤ ਵੀ ਆ, ਹੈ ਨਾ। ਇਹਦਾ ਬਾਕੀ ਤੁਸੀਂ ਇਹ ਲੈ ਲਓ ਵੀ ਵਿਚਾਰਧਾਰਕ ਵੀ ਆ। ਸਰਕਾਰਾਂ ਦੀ ਵਿਚਾਰਧਾਰਾ 'ਚੋਂ ਨਿਕਲੀਆਂ ਹੋਈਆਂ ਨੀਤੀਆਂ ਇੱਥੇ ਜਦੋਂ ਇੰਪਲੀਮੈਂਟ ਹੁੰਦੀਆਂ ਤੇ ਉਹ ਵੀ ਪ੍ਰਵਾਸ ਕਰਾਉਂਦੀਆਂ। ਜਿਹੜਾ ਗ੍ਰੀਨ ਰੈਵੋਲਿਊਸ਼ਨ ਸੀ ਜਦੋਂ ਪੰਜਾਬ 'ਤੇ ਥੋਪਿਆ ਗਿਆ, ਉਹ ਵੀ ਇੱਕ ਬਹੁਤ ਵੱਡਾ ਪੰਜਾਬ ਤੋਂ ਪ੍ਰਵਾਸ ਦਾ ਕਾਰਨ ਬਣਿਆ। ਉਸ ਵੇਲੇ ਦੇ ਪੰਜਾਬ ਦੇ ਜਿਹੜੇ ਵਿਦਵਾਨ ਸੀ, ਜਿਹੜੇ ਪੰਜਾਬ ਲਈ ਰੂਹਾਂ ਸੋਚਦੀਆਂ ਸੀ, ਦਰਦ ਰੱਖਦੀਆਂ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਮਾਡਲ ਆ ਜਿਹੜਾ ਗ੍ਰੀਨ ਰੈਵੋਲਿਊਸ਼ਨ ਦਾ, ਇਹ ਸਸਟੇਨੇਬਲ ਨਹੀਂ ਆ। ਇਹਨੇ ਪੰਜਾਬ 'ਚੋਂ ਬਹੁਤ ਵੱਡੇ ਲੈਵਲ 'ਤੇ, ਇਹ 25-30 ਸਾਲ ਤੁਹਾਨੂੰ ਹੋ ਸਕਦਾ ਫਾਇਦੇ ਦੇ, ਉਸ ਤੋਂ ਬਾਅਦ ਇਹਨੇ ਕੋਲੈਪਸ ਹੋ ਜਾਣਾ, ਔਰ ਹੋ ਗਿਆ। ਤੁਸੀਂ ਵਾਤਾਵਰਨ ਸੰਬੰਧੀ ਦੇਖੋ ਕਿੱਡਾ ਵੱਡਾ ਥ੍ਰੈਟ ਆ, ਕਿੱਡੇ ਵੱਡੇ ਸਾਡੇ ਜ਼ਮੀਨ ਕਿੱਡੀ, ਅਸੀਂ ਕੋਈ ਬਹੁਤ ਸਿਹਤਮੰਦ ਜ਼ਮੀਨ ਥੋੜ੍ਹੀ ਵਾਹੁਣੇ ਆ। ਹੁਣ ਪਾਣੀ ਦੇਖ ਲਓ। ਅੱਛਾ, ਪਾਣੀ ਜਿਹੜੇ ਪਾਣੀ ਨੇ ਸਾਨੂੰ ਬਚਾਉਣਾ ਸੀ,
ਉਹ ਪਾਣੀ ਅਸੀਂ ਪਹਿਲਾਂ ਹੀ ਖਤਮ ਕਰਤਾ ਟਿਊਬਲਾਂ ਨਾਲ ਖਿੱਚ ਖਿੱਚ ਕੇ, ਕਿਉਂਕਿ ਗਲੇਸ਼ੀਅਰ ਗਲੋਬਲ ਵਾਰਮਿੰਗ ਕਰਕੇ ਬਹੁਤ ਤੇਜ਼ੀ ਨਾਲ ਮੈਲਟ ਹੋ ਰਹੇ ਆ। ਜਦੋਂ ਗਲੇਸ਼ੀਅਰ ਮੈਲਟ ਹੋ ਗਏ ਤਾਂ ਦਰਿਆਵਾਂ ਵਾਲਾ ਪਾਣੀ ਤਾਂ ਪਹਿਲਾਂ ਹੀ ਸਾਡੇ ਤੋਂ ਲਈ ਜਾਂਦੇ ਆ, ਇਹ ਜਿਨ੍ਹਾਂ ਤੇ ਅਸੀਂ ਲੜੀ ਜਾਂਦੇ ਆ, ਉਹ ਜਦੋਂ ਮੈਲਟ ਹੋ ਗਏ ਤੇਜ਼ੀ ਨਾਲ, ਤੇ ਗਾਂ ਪਾਣੀ ਕਿਹੜੇ ਨੇ ਬਚਾਉਣਾ ਸੀ? ਗਰਾਊਂਡ ਵਾਟਰ, ਜ਼ਮੀਨ ਦੇ ਹੇਠਲੇ ਪਾਣੀ ਨੇ, ਉਹ ਅਸੀਂ ਟਿਊਬਲ ਚ ਕੱਢ ਕੇ 700 800 900 ਫੁੱਟ ਤੇ ਲੈ ਗਏ, ਝੋਨੇ ਨੂੰ ਲਾ ਕੇ। ਔਰ ਝੋਨਾ ਸਾਡੀ ਫਸਲ ਹੀ ਨਹੀਂ ਸੀ। ਅੱਜ ਝੋਨੇ ਤੋਂ ਬਿਨਾਂ ਕੋਈ ਬੀਜਦਾ ਹੀ ਨਹੀਂ ਆ, ਫਸਲਾਂ ਹੀ ਭੁੱਲ ਗਏ ਵੀ ਹੋਰ ਵੀ ਫਸਲਾਂ ਹੋਣਗੀਆਂ। ਹਾਂ, ਦਿੱਤਾ ਦਿੱਲੀ ਨੇ ਆ, ਉਹੀ ਤਾਂ ਆਪਾਂ ਗੱਲ ਕਰ ਰਹੇ ਹਾਂ। ਸੋ ਪ੍ਰਵਾਸ ਦਾ ਰੀਜ਼ਨ ਇੱਕ ਇਹ ਵੀ ਆ ਵੀ ਸਰਕਾਰ ਕਿਹੜੀਆਂ ਪਾਲਿਸੀਆਂ ਘੜਦੀ ਆ ਤੇ ਉਹਨਾਂ ਪਾਲਿਸੀਆਂ ਦੇ ਇਫੈਕਟ ਕੀ ਹੁੰਦੇ ਆ। ਹੁਣ ਜਦੋਂ ਆਪਾਂ ਸਮੁੱਚਤਾ 'ਚ ਬੈਠ ਕੇ ਮਸਲੇ ਵਿਚਾਰਨੇ ਆ ਤਾਂ ਅਸਲ 'ਚ ਸਾਨੂੰ ਹੁਣ ਜਿਹੜੇ ਨਵੇਂ ਬਿੱਲ ਆਏ ਆ ਇਹਨੇ ਵੀ ਪ੍ਰਵਾਸ ਕਰਾਉਣਾ। ਕਿਸਾਨੀ ਇੱਕ ਬਚੀ ਸੀ ਜਿੱਥੇ ਜਿਹੜੀਆਂ ਵੱਡੀਆਂ ਕਾਰਪੋਰੇਟਾਂ ਇਹਨਾਂ ਦਾ ਕੋਈ ਗਲਬਾ ਨਹੀਂ ਸੀ। ਜਦੋਂ ਕਿਸਾਨੀ 'ਚ ਵੀ ਉਹ ਆ ਗਏ ਤੇ ਜਿਹੜੇ ਕਿਸਾਨ ਪਰਿਵਾਰ ਆ ਜਾਂ ਜਿਹੜੇ ਅੱਜ ਤੱਕ ਨੌਜਵਾਨ ਇਹ ਸੋਚਦੇ ਸੀ ਵੀ ਯਾਰ ਹੋਰ ਨਹੀਂ ਤਾਂ ਖੇਤੀ ਕਰ ਲਾਂਗੇ, ਉਹ ਇਮੋਸ਼ਨ ਵੀ ਟੁੱਟ ਜੂ, ਉਹ ਅਹਿਸਾਸ ਵੀ ਟੁੱਟ ਜੂ, ਹੈ ਨਾ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਸਾਨੂੰ ਸਮੁੱਚਤਾ 'ਚ ਪ੍ਰਵਾਸ ਨੂੰ, ਨਸ਼ੇ ਨੂੰ, ਬੇਰੁਜ਼ਗਾਰੀ ਨੂੰ, ਕਿਸਾਨੀ ਦੇ ਮਸਲਿਆਂ ਨੂੰ ਸਾਡੇ ਇਹ ਸਾਰੇ ਇੰਟਰ ਰਿਲੇਟਡ ਆ ਔਰ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਈਚ ਅਦਰ। ਇਹਨਾਂ ਸਾਰਿਆਂ ਨੂੰ ਸਮੁੱਚਤਾ 'ਚ ਵਿਚਾਰ ਕੇ ਫਿਰ ਸਾਨੂੰ ਪ੍ਰਾਇਰਟਾਈਜ਼ ਕਰਕੇ ਹੱਲ ਕਰਨਾ ਪਊਗਾ। ਪਰ ਉਹਦੇ ਖਾਤਰ ਤੁਹਾਡੇ ਕੋਲੇ ਆਪਦੀ ਸਿਆਸਤ, ਆਪਦੇ ਚੰਗੇ ਲੀਡਰ, ਸਮਾਜਿਕ ਲੀਡਰ, ਰਾਜਨੀਤਿਕ ਲੀਡਰ, ਹੈ ਨਾ, ਆਪਦੇ ਕੋਲੇ ਆਪਦੇ ਫੈਸਲੇ ਲੈਣ ਦੇ ਹੱਕ। ਆਪਾਂ ਕਿਉਂ ਖੁਦ ਮੁਖਤਿਆਰੀ ਲਈ ਲੜ ਰਹੇ ਹਾਂ? ਇਸੇ ਕਰਕੇ ਲੜ ਰਹੇ ਹਾਂ ਨਾ। ਸੋ ਇੱਕ ਪੂਰਾ ਪਲੈਟਫਾਰਮ ਚਾਹੀਦਾ। ਇਸ ਕਰਕੇ ਇਹ ਸਾਰਾ ਤਾਣਾ ਬਾਣਾ ਲੜਾਈ ਆ ਜਿਹੜੀ ਲੰਬੀ ਜ਼ਰੂਰ ਸਾਨੂੰ ਲੱਗ ਸਕਦੀ ਆ, ਪਰ ਲੜਨੀ ਤਾਂ ਪਊ, ਹੈ ਨਾ। ਸੋ ਜਦੋਂ ਅਸੀਂ ਕਹਾਂਗੇ ਵੀ ਲੜਾਈ ਬਹੁਤ ਲੰਬੀ ਆ, ਛੱਡੋ ਪਰਾਂ ਯਾਰ ਕੁਛ ਨਹੀਂ ਨਿਕਲਦਾ, ਇਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੁੰਦੀ। ਲੰਬੀ ਲੜਾਈ ਲੜਦਾ ਉਹੀ ਆ ਜਿਹਨੇ ਆਪਦੇ ਆਪ ਨੂੰ, ਆਪਦੀ ਹੋਂਦ ਨੂੰ ਬਚਾ ਕੇ ਰੱਖਣਾ ਹੁੰਦਾ। ਅੱਜ ਯਹੂਦੀ, ਉਹਨਾਂ ਦਾ ਇਤਿਹਾਸ ਪੜ੍ਹੋ ਤੁਸੀਂ, ਉਹਨਾਂ ਤੋਂ ਸਮਝੋ ਉਹਨਾਂ ਨਾਲ ਕੀ ਕੁਛ ਹੋਇਆ, ਪਰ ਉਹਨਾਂ ਨੇ ਲੜਾਈਆਂ ਲੜੀਆਂ। ਅੱਜ ਲਿਆਕਤ 'ਚ ਵੀ, ਸਿੱਖਿਆ ਪੱਖੋਂ ਵੀ, ਆਰਥਿਕ ਪੱਖੋਂ ਵੀ, ਟੈਕਨੋਲੋਜੀ ਵੀ, ਖੇਤੀ ਵੀ, ਅੱਛਾ ਸਭ ਤੋਂ ਅੱਗੇ ਆ। ਔਰ ਇੱਥੋਂ ਤੱਕ ਕਿ ਇਹ ਕਹਿੰਦੇ ਆ ਵੀ ਅਮਰੀਕਨ ਜਿਹੜੀ ਇਕੋਨਮੀ ਆ ਉਹਦੇ 'ਤੇ ਵੀ ਇਜ਼ਰਾਈਲੀਜ਼ ਆ ਜਿਹੜੇ, ਉਹਨਾਂ ਦਾ ਬਹੁਤ ਵੱਡਾ ਗਲਬਾ। ਉਹਨਾਂ ਤੋਂ ਬਿਨਾਂ ਇੱਕ ਔਰ ਅਮਰੀਕਾ ਦੀ ਜਿਹੜੀ ਆਰਥਿਕਤਾ ਜਾਂ ਇਕੋਨਮੀ ਆ ਉਹ ਨਹੀਂ ਚੱਲ ਸਕਦੀ, ਉਹ ਡਿੱਗ ਪੈਣੀ। ਉੱਥੇ ਜਿਹੜੇ ਵੱਡੇ ਫ੍ਰੀ ਮੇਸਨਸ ਬੈਠੇ ਆ ਨਾ, ਉਹਨਾਂ ਦੇ ਬਹੁਤ ਵੱਡੇ ਲੋਕ ਬੈਠੇ ਆ, ਉਹਨਾਂ ਨੂੰ ਫ੍ਰੀ ਮੇਸਨਸ ਕਹਿੰਦੇ ਆ। ਉਹਨਾਂ ਕੋਲ ਇੰਨਾ ਪੈਸਾ ਵੀ ਉਹ ਅਮਰੀਕਾ ਦੇ ਵੱਡੇ ਇੰਸਟੀਟਿਊਟਸ ਆ, ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਟਸ ਆ, ਬੈਂਕਸ ਆ, ਉਹਨਾਂ ਨੂੰ ਵੀ ਉਹ ਪੈਸਾ ਉਧਾਰ ਦਿੰਦੇ ਆ ਵੀ ਆ ਚੱਕੋ। ਤੇ ਜਦੋਂ ਉਹ ਪੈਸਾ ਖਿੱਚ ਲੈਂਦੇ ਆ, ਅਮਰੀਕਨ ਇਕੋਨਮੀ ਵੀ ਕੋਲੈਪਸ ਹੋ ਜਾਂਦੀ ਆ, ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਸਫਰ ਕਰਦੀ ਆ। ਸੋ ਲੜਾਈ ਲੜਨੀ ਪੈਣੀ ਆ ਮਿੱਤਰੋ, ਇਸ ਲਈ ਤਿਆਰ ਹੋ ਜਾਓ। ਤੇ ਆਪਾਂ ਜੇ ਇੱਥੇ ਬੈਠੇ ਆ, ਗੱਲਾਂ ਬਾਤਾਂ ਕਰਦੇ ਆ, ਤੇ ਇਹਦੇ ਨਾਲ ਇੱਕ ਬ੍ਰੇਨਸਟਾਰਮਿੰਗ ਹੋ ਜਾਂਦੀ ਆ ਆਪਸ 'ਚ। ਹਾਂਜੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਧਾਈ ਹੈ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਵਿਚਾਰ ਸੁਣ ਰਹੇ ਹੈ ਤੇ ਆਪਣੀ ਰਾਏ ਵੀ ਦੇਖ ਰਹੇ ਹੈ। ਬਹੁਤ ਚੰਗੀ ਗੱਲ ਹੈ। ਹਰੇਕ ਇਨਸਾਨ ਦਾ ਆਪਣਾ ਦਿਮਾਗ ਹੈ, ਆਪਣੀ ਸੋਚਣ ਦੀ ਸ਼ਕਤੀ ਹੈ ਵੀ ਕਿੱਧਰ ਨੂੰ ਬੰਦਾ ਸੋਚਦਾ, ਕਿਸ ਤਰੀਕੇ ਨਾਲ ਚੱਲਦਾ। ਔਰ ਅਸੀਂ ਸੋਚਦੇ ਹਾਂ ਹੁਣ ਪੰਜਾਬ ਬਾਰੇ, ਹਾਂਜੀ, ਵੀ ਪੰਜਾਬ ਨੂੰ ਕਿਸ ਤਰ੍ਹਾਂ ਅਸੀਂ ਮਾੜੀ ਮੋਟੀ ਸਪੋਰਟ, ਜਿੰਨੀ ਤਿਲ ਫੁੱਲ ਜਿਸ ਤਰ੍ਹਾਂ ਕਰਦੇ ਹਾਂ, ਕਹਿੰਦੇ ਹੁੰਦੇ ਵੀ ਤਿੱਲੇ ਮਾੜਾ ਜਿਹਾ ਪਾ ਦਿਓ ਵੀ ਚੱਲ ਉਹਦੇ ਨਾਲ ਕੋਈ ਫਾਇਦਾ ਹੋ ਜਾਵੇ, ਡੱਕਾ ਜਿਸ ਤਰ੍ਹਾਂ ਪਾਉਂਦੇ ਬਾਅਦ 'ਚ ਆਪਾਂ, ਵੀ ਉਹੀ ਕਰਕੇ ਮੈਂ ਹੁਣ ਬੈਠੇ ਨੇ ਇਹੀ ਸੋਚਿਆ ਵੀ ਠੀਕ ਹੈ ਤੁਹਾਡੀ ਗੱਲ ਵੀ ਸ਼ਾਂਤਮਈ ਅਸੀਂ ਚੱਲ ਰਹੇ ਹਾਂ। ਹਾਂਜੀ, ਬਹੁਤ ਤੁਹਾਡੀ ਗੱਲ ਮੈਂ ਸਹੀ ਮੰਨਦਾ ਹਾਂ ਵੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਚੱਲ ਰਿਹਾ। ਵੀ ਸ਼ਾਂਤਮਈ ਤਰੀਕੇ ਨਾਲ ਜੇ ਤਾਂ ਅਸੀਂ ਸਾਲ, 2 ਮਹੀਨੇ, 5 ਦਿਨ, 10 ਦਿਨ, 20 ਦਿਨ ਵਿੱਚੇ ਲਾ ਲਓ, ਹਾਂਜੀ, ਚੱਲਦੇ ਰਹੇ, ਹਾਂਜੀ, ਹੋਰ ਪਾਸੇ ਨੂੰ ਡਿੰਗ ਨਾ ਪੱਟੀ, ਹਾਂਜੀ, ਫੇਰ ਵੀ ਗੱਲ ਨਹੀਂ ਮੇਰੇ ਖਿਆਲ ਵਿੱਚ ਮੈਨੂੰ ਕੋਈ ਲੱਗਦੀ ਵੀ ਕੰਢੇ ਲੱਗ ਜੇਗੀ ਸਾਡੀ। ਹਾਂਜੀ,
ਮੈਂ ਇਹੀ ਸੋਚਿਆ ਵੀ ਇਮਾਨਦਾਰ ਬੰਦੇ ਤਾਂ ਹਰੇਕ ਕੌਮ 'ਚ ਹੈਗੇ, ਹਾਂਜੀ ਕੋਈ ਬੜੀ ਗੱਲ ਨਹੀਂ ਹੈ। ਹਾਂਜੀ ਪੰਜਾਬ 'ਚ ਵੀ ਸਾਨੂੰ ਦਿਖ ਰਹੇ ਹੈ, ਹਾਂਜੀ। 30 ਸਾਲ ਤੇ 40 ਤੇ ਅਸੀਂ ਵੀ ਦੇਖ ਰਹੇ ਹਾਂ ਇਮਾਨਦਾਰ ਬੰਦੇ ਹੈਗੇ ਬਹੁਤ, ਲੇਕਿਨ ਉਹਨਾਂ ਨੂੰ ਦਬਾਉਣ ਵਾਸਤੇ ਜਿਹੜੀ ਦੂਈ ਲੌਬੀ ਹੈ ਉਹ ਉਹਨਾਂ ਨੂੰ ਨਿਕਲ ਨਹੀਂ ਦਿੰਦੀ ਵਿੱਚੋਂ। ਹਾਂਜੀ। ਕਹਿਣ ਦਾ ਵੀ ਜੇ ਤੁਸੀਂ ਇਸ ਨੂੰ ਇਹ ਗੇਮ ਨੂੰ ਥੋੜ੍ਹਾ ਜਿਹਾ ਪਕੜ ਲਵੇਂ, ਬੱਚੇ ਯੰਗ ਜਿਹੜਾ ਬਲੱਡ ਹੈ ਉਹਨਾਂ ਨੂੰ ਉਹ ਬੰਦਿਆਂ ਨੂੰ ਇੱਕ ਸਟੇਜ 'ਤੇ ਕਿਤੇ ਤੁਸੀਂ ਲੈ ਆਵੇਂ, ਚਾਹੇ 50 ਹੈ, ਚਾਹੇ 60 ਹੈ, ਚਾਹੇ 10 ਹੈ, ਚਾਹੇ 20 ਹੈ, ਲੈ ਜੇ ਸੈਂਟਰ ਤੁਹਾਡੇ ਪੈਰਾਂ ਵਿੱਚ ਨਾ ਗਿਰ ਜਾਵੇ ਤਾਂ ਮੈਨੂੰ ਫੜ ਲਿਓ। ਉਹਨਾਂ ਬੰਦਿਆਂ ਨੂੰ ਤੁਸੀਂ ਲਿਆ, ਇਮਾਨਦਾਰਾਂ ਨੂੰ। ਇਹ ਬਹੁਤ ਸ਼ਾਂਤਮਈ ਦਾ ਸੰਘਰਸ਼ ਹੈ। ਮੇਰੀ ਤਾਂ ਇਹੀ ਬੇਨਤੀ ਹਾਂਜੀ। ਹੈ, ਇਹ 'ਤੇ ਗੌਰ ਕਰਿਓ ਸਾਰੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਪਹਿਲਾਂ ਆਪਾਂ ਉਧਰ ਉਸ ਗੱਲ ਦਾ ਜਵਾਬ ਦੇ ਦਈਏ ਜੀ, ਉਧਰ ਆ ਜਾਂਦੇ। ਇਹ ਗੱਲ ਜਮਾਂ ਤੁਹਾਡੀ ਠੀਕ ਹੈ ਜੀ ਵੀ ਪੰਜਾਬ ਕੋਲੇ ਇਮਾਨਦਾਰ ਬੰਦੇ ਹੈਗੇ, ਇਮਾਨਦਾਰ ਲੀਡਰ ਵੀ ਹੈਗੇ। ਹਾਂਜੀ। ਸੋ ਇਹਨਾਂ ਨੂੰ ਜੇ ਇਕੱਠੇ ਹੋ ਜਾਣ ਤਾਂ ਬਿਲਕੁਲ ਸਾਡਾ ਕੋਈ ਨਾ ਕੋਈ ਹੱਲ ਨਿਕਲ ਸਕਦਾ, ਕੁਛ ਨਾ ਕੁਛ ਅਸੀਂ ਚੰਗੇ ਪਾਸੇ ਨੂੰ ਤੁਰ ਸਕਦੇ ਹਾਂ। ਪਰ ਸਭ ਤੋਂ ਵੱਡੀ ਗੱਲ ਸਾਡੇ ਸਮਝਣ ਦੀ ਇੱਕ ਜ਼ਰੂਰਤ ਆ, ਇਹ ਜਿਹੜੇ ਲੀਡਰ ਆ ਨਾ ਇਹ ਪਹਿਲਾਂ ਵੀ ਇਕੱਠੇ ਹੁੰਦੇ ਰਹੇ, ਚੋਣਾਂ ਤੋਂ ਪਹਿਲਾਂ ਇਹ ਇਕੱਠੇ ਹੁੰਦੇ ਰਹੇ, ਪਰ ਕਦੇ ਇਹਨਾਂ ਨੂੰ ਸਕਸੈਸ ਨਹੀਂ ਮਿਲੀ, ਕਦੇ ਚੁਣ ਕੇ ਨਹੀਂ ਆਏ। ਕਿਉਂ? ਇਹਦੀ ਵਜ੍ਹਾ ਸਾਹਮਣੇ ਐਂ ਲੱਗਦੀ ਆ ਵੀ ਯਾਰ ਇਹ ਆਪਸ 'ਚ ਲੜ ਪੈਂਦੇ, ਇਹਨਾਂ ਦੀ ਹਉਮੈ ਬਹੁਤ ਵੱਡੀ ਆ। ਇਹ ਤਾਂ ਸਾਹਮਣੇ ਆਮ ਤੌਰ 'ਤੇ ਆਪਾਂ ਕਹਿਣ ਦੀ ਗੱਲ ਆ, ਪਰ ਇਹਦੇ ਪਿੱਛੇ ਇੱਕ ਹੋਰ ਰੀਜ਼ਨ ਆ, ਉਹਨੂੰ ਆਪਾਂ ਸਮਝਦੇ ਹਾਂ ਕਾਰਨ ਇਹ ਆ ਵੀ ਇਹ ਬੰਦੇ ਇਕੱਠੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਬੈਠਦੇ ਆ ਵੀ ਸਾਡੇ 'ਚ ਸਾਂਝਾ ਵਿਚਾਰ ਕੀ ਹੋਵੇ, ਵੀ ਅਸੀਂ ਕੋਈ ਇੱਕ ਆਪਦਾ ਵਿਜ਼ਨ ਡਾਕੂਮੈਂਟ ਜਾਂ ਵਿਚਾਰਧਾਰਾ 'ਤੇ ਗੱਲ ਕਰੀਏ। ਜਦੋਂ ਇਹ ਬੰਦੇ ਕਿਸੇ ਵਿਚਾਰ 'ਤੇ ਜਾਂ ਵਿਚਾਰਧਾਰਾ 'ਤੇ ਬਹਿੰਦੇ ਆ ਉਦੋਂ ਇੱਕ ਪਲੇਟਫਾਰਮ 'ਤੇ, ਇੱਕ ਪੇਜ 'ਤੇ ਜਾਂ ਇੱਕ ਥਾਂ 'ਤੇ ਨਹੀਂ ਆਉਂਦੇ ਜਿੱਥੇ ਸਾਂਝੀ ਸਮਝ ਬਣ ਸਕੇ, ਤੇ ਉਹ ਸਮਝ ਹੀ ਉਸ ਸਮਝ ਕਾਰਨ ਇਹ ਫੇਰ ਨਿਖੜ ਜਾਂਦੇ ਆ। ਚਾਹੀਦਾ ਕੀ ਆ? ਪਹਿਲਾਂ ਵਿਚਾਰ 'ਤੇ ਬੈਠੋ, ਉਸ ਵਿਚਾਰ 'ਤੇ ਇੱਕ ਸਾਂਝੀ ਸਮਝ ਪੈਦਾ ਕਰੋ ਤੇ ਫੇਰ ਇਕੱਠੇ ਹੋ, ਫੇਰ ਨਹੀਂ ਨਿਖੜਨਗੇ। ਸੋ ਪ੍ਰੋਸੈਸ ਆਈ ਜਥੇਬੰਦੀਆਂ ਦਾ ਹਾਲ ਆ। ਜਥੇਬੰਦੀਆਂ ਬੰਦੇ ਇਕੱਠੇ ਪਹਿਲਾਂ ਹੋ ਜਾਂਦੇ ਆ, ਬਾਅਦ 'ਚ ਵਿਚਾਰਧਾਰਾ ਦੀ ਗੱਲ ਕਰਦੇ ਆ, ਵਿਚਾਰਧਾਰਾ ਰਲਦੀ ਨਹੀਂ ਤਾਂ ਇੱਕ ਜਥੇਬੰਦੀ 'ਚੋਂ ਮੁੜ ਕੇ ਦੂਜੀ ਨਿਕਲੇ ਆਉਂਦੀ ਆ, ਦੂਜੀ 'ਚੋਂ ਤੀਜੀ ਨਿਕਲੇ ਆਉਂਦੀ ਆ। ਤਾਂ ਹੀ ਤਾਂ 31 ਜਥੇਬੰਦੀਆਂ ਕਿਸਾਨੀ 'ਚ ਦੇਖੋ ਤੁਸੀਂ ਪੈਦਾ ਹੋ ਗਈਆਂ। ਗੱਲ ਇਹੀ ਸੀ, ਜਥੇਬੰਦੀ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੰਦੇ ਇਕੱਠੇ ਕਰ ਲਓ, ਮੈਂਬਰਸ਼ਿਪ ਦੇ ਦਿਓ ਤੇ ਜਥੇਬੰਦੀ ਬਣ ਗਈ। ਪਹਿਲਾਂ ਉਹਨਾਂ ਨੂੰ ਇੱਕ ਵਿਚਾਰਧਾਰਾ 'ਤੇ ਤਾਂ ਇਕੱਠੇ ਕਰੋ। ਜਦੋਂ ਇੱਕ ਵਿਚਾਰਧਾਰਾ 'ਤੇ ਜਿਹੜੇ ਇਕੱਠੇ ਹੋ ਗਏ ਫਿਰ ਉਹ ਨਹੀਂ ਹਿੱਲਣਗੇ। ਹੁਣ ਅਗਲੀ ਗੱਲ, ਇਹਨਾਂ ਨੂੰ ਆਪਾਂ ਬਿਲਕੁਲ ਇਹ ਗੱਲ ਹੁਣ ਪਿੱਛੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਇਹ ਸਾਰੇ ਬੰਦਿਆਂ ਨੂੰ ਇਕੱਠੇ ਕਰੀਏ, ਪਰ ਇੱਕ ਵਿਚਾਰਧਾਰਾ 'ਤੇ ਇਕੱਠੇ ਕਰੀਏ ਔਰ ਉਹਨਾਂ 'ਤੇ ਇੱਕ ਪਹਿਰੇਦਾਰੀ ਧਿਰ ਵੀ ਦੇਈਏ, ਇੱਕ ਕੁੰਡਾ ਲਾਈਏ ਇਹਨਾਂ ਬੰਦਿਆਂ 'ਤੇ ਤਾਂ ਕਿ ਇਹ ਬੰਦੇ ਥਿਰਕਣ ਨਾ। ਜਿਹੜਾ ਥਿਰਕੇ ਉਹ ਪਹਿਰੇਦਾਰ ਜਿਹੜੇ ਬੈਠੇ ਆ 10 ਉਹਨਾਂ 'ਤੇ, ਉਹ ਸੰਗਤ ਸਾਹਮਣੇ ਉਹਨੂੰ ਬੇਨਕਾਬ ਕਰ ਦੇਣ ਵੀ ਆ ਫਲਾਨਾ ਬੰਦਾ ਦੇਖੋ ਜੀ, ਇਹ ਕਹਿੰਦਾ ਸੀ ਮੈਂ ਪੰਜਾਬ ਖਾਤਰ ਲੜਦਾ, ਇਹ ਤਾਂ ਨਿੱਜ ਖਾਤਰ ਲੜ ਰਿਹਾ। ਸੋ ਇਹ ਪ੍ਰੋਸੈਸ ਆ, ਇਹ ਦੋ ਤਰ੍ਹਾਂ ਹੁੰਦਾ। ਇੱਕ ਤਾਂ ਆਪਾਂ ਆਪਦੀ ਸਮਝ ਦੀ ਅਕੋਰਡਿੰਗਲੀ ਆਪਣੀ ਸਮਝ ਜਿੰਨੀ ਹੈਗੀ ਉਸ ਹਿਸਾਬ ਨਾਲ ਇਹਨਾਂ ਨੂੰ ਇਕੱਠੇ ਕਰ ਦਈਏ। ਆਪਾਂ ਆਪਦੀ ਸਮਝ ਨਾਲ ਇਹਨਾਂ ਨੂੰ ਇਕੱਠੇ ਕਰ ਜਾਂਦੇ ਆ ਤੇ ਆਪਦੀ ਸਮਝ ਨਾਲ ਆਪਾਂ ਸੋਚਦੇ ਆ ਚੱਲਣਗੇ, ਪਰ ਇਹਨਾਂ ਦੀ ਸਮਝ ਆਪਦੀ ਹੁੰਦੀ ਆ, ਉਹ ਫਿਰ ਸਮਝ ਕਿਸੇ ਹੋਰ ਢੰਗ ਨਾਲ ਗਾਂ ਉਹ ਚਲਾਉਂਦੇ ਆ, ਉੱਥੇ ਵੀ ਫਰਕ ਪੈਂਦਾ। ਇਹ ਜਿਹੜੀ ਲੀਡਰਸ਼ਿਪ ਆ ਨਾ, ਇਹ ਜਦੋਂ ਇੱਕ ਵਿਚਾਰਧਾਰਾ 'ਤੇ ਜਾਂ ਆਪਾਂ ਜਿਵੇਂ ਇੱਥੇ ਬੈਠੇ ਆ, ਇਹ ਤੋਂ ਬਾਅਦ ਇਵੋਲਵ ਹੋਵੇ। ਇਹ ਇਵੋਲਵ ਦਾ ਮਤਲਬ ਆ ਇਹ ਹੌਲੀ ਹੌਲੀ ਵਿਕਸਿਤ ਹੋਵੇ। ਇੱਥੇ ਸਾਨੂੰ ਹੁਣ ਸ਼ੰਭੂ ਤੋਂ ਜਿੰਨੇ ਬੁਲਾਰੇ ਨੇ ਬੋਲਿਆ ਜਾਂ ਜਿੰਨੇ ਬੰਦੇ ਸੇਵਾ ਕਰਨ ਆਉਂਦੇ ਆ ਉਹਨਾਂ ਤੋਂ ਇਹ ਸਮਝ, ਜਾਂ ਹੋਰ ਵੀ ਕਿਸਾਨ ਮੋਰਚਿਆਂ 'ਚੋਂ ਸਾਨੂੰ ਬਹੁਤ ਲੀਡਰ ਮਿਲਣਗੇ ਇਸ ਸੰਘਰਸ਼ 'ਚੋਂ, ਜਿਹੜੇ ਮੇਨ ਸਟਰੀਮ ਪੋਲੀਟਿਕਸ ਜਿਵੇਂ ਆਪਾਂ ਕਹਿੰਦੇ ਆ ਰਾਜਨੀਤੀ ਚਾਹੁੰਦੇ, ਵੋਟਾਂ ਲਈ ਰਾਜਨੀਤੀ ਆਉਣਾ ਚਾਹੁੰਦੇ ਹੋਣਗੇ, ਤੇ ਕੁਛ ਇਹ ਬੰਦੇ ਵੀ ਹੋਣਗੇ ਜਿਹੜੇ ਕਹਿਣਗੇ ਸਾਨੂੰ ਵੋਟਾਂ ਤੋਂ ਕੋਈ ਮਤਲਬ ਨਹੀਂ। ਜਿਵੇਂ ਮੈਂ ਕਹਿੰਦਾ ਮੈਨੂੰ ਵੋਟਾਂ ਲਈ ਰਾਜਨੀਤੀ ਤੋਂ ਕੋਈ ਮਤਲਬ ਨਹੀਂ, ਅਸੀਂ ਪਹਿਰੇਦਾਰੀ ਵਾਲੇ ਪਾਸੇ ਖੜੇ ਹੋਵਾਂਗੇ, ਕੱਲ੍ਹ ਨੂੰ ਕਿਤੇ ਮੋਰਚੇ ਲਾਉਣੇ ਆ ਉੱਥੇ ਫੇਰ ਬੈਠੇ ਹੋਵਾਂਗੇ।
ਅਸੀਂ ਪਹਿਰੇਦਾਰੀ ਕਰਾਂਗੇ, ਅਸੀਂ ਵੋਟਾਂ ਨਹੀਂ ਲੜਨੀਆਂ, MLA MP ਨਹੀਂ ਬਣਨਾ ਹੈ। ਸੋ ਇਸ ਕਰਕੇ ਕੋਈ ਇਹ ਬੰਦੇ ਵੀ ਮਿਲਣਗੇ। ਅੱਛਾ, ਉਹ ਮਾੜੀ ਗੱਲ ਨਹੀਂ ਆ ਜੇ ਕੋਈ ਬੰਦਾ ਕਹੇ ਮੈਂ ਚੋਣਾਂ ਲੜਨੀਆਂ ਤੇ ਪੰਜਾਬ ਖਾਤਰ ਕੰਮ ਕਰਨਾ, ਕਿਉਂ ਨਹੀਂ? ਲੜੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਖੜੋ, ਕਰੋ ਪੰਜਾਬ ਖਾਤਰ ਕੰਮ, ਕਰੋ ਤਿਆਗ, ਰੱਖੋ ਜਜ਼ਬਾ, ਉਹ ਅਸੀਂ ਨਾਲ ਖੜੇ ਹਾਂ ਫਿਰ ਤੁਹਾਡੇ। ਹੁਣ ਹਾਂਜੀ, ਨਹੀਂ ਨਹੀਂ, ਚੋਰ ਤਾਂ ਹੀ ਤਾਂ ਆਪਾਂ ਉਹਨਾਂ ਤੇ ਪਹਿਰਾਦਾਰੀ ਸਿਸਟਮ ਲਾਵਾਂਗੇ ਨਾ, ਤਾਂ ਕਿ ਉਹ ਚੋਰ ਨਾ ਬਣਨ, ਤੇ ਜਿਹੜਾ ਚੋਰ ਬਣੇ ਉਹਦੇ ਆਪਾਂ ਬੇਨਕਾਬ ਕਰੀਏ, ਉਹਦੇ ਕੱਪੜੇ ਲਾਵਾਂਗੇ ਫਿਰ, ਹਨਾ। ਸੋ ਇਸ ਕਰਕੇ ਜਿਹੜਾ ਆਪਾਂ ਹੁਣ ਸਿਸਟਮ ਉਸਾਰਨਾ, ਇਹਨੂੰ ਇਵੋਲਵ ਹੋਣ ਦਈਏ। ਇਹਨੂੰ ਥੋੜੀ ਦੇਰ ਅਸੀਂ ਬਹੁਤ ਕਾਹਲੀ ਕਰ ਜਾਂਦੇ ਹਾਂ, ਸੰਘਰਸ਼ ਚੋਂ ਹੀ ਨਿਕਲੂਗੀ ਇਹ ਗੱਲ। ਪਹਿਲਾਂ ਸਮਾਜਿਕ ਧਿਰ ਖੜੀ ਕਰੀਏ, ਔਰ ਸਮਾਜਿਕ ਧਿਰ ਜਦੋਂ ਖੜੀ ਕਰਤੀ, ਉਹਦਾ ਬਾਏ ਪ੍ਰੋਡਕਟ ਆਪੇ ਹੀ ਰਾਜਨੀਤਿਕ ਧਿਰ ਨਿਕਲ ਆਉਣੀ ਆ। ਹਾਂਜੀ, ਪਹਿਲਾਂ ਤਾਂ ਉਹ ਰੂਹਾਂ ਲੱਭੀਏ ਜਿਹੜੀਆਂ ਕਹਿੰਦੀਆਂ ਅਸੀਂ ਕਿਸੇ ਵੋਟਾਂ ਤਾਈਂ ਸਾਨੂੰ ਕੋਈ ਮਤਲਬ ਨਹੀਂ, ਅਸੀਂ ਇੱਕ ਸਾਰਥਕ ਸਮਾਜ ਸਿਰਜਣਾ। ਜਿਹੜਾ ਸਰਕਾਰਾਂ ਦਾ ਕੰਮ ਹੁੰਦਾ, ਜਿਹੜੇ ਸਾਡੇ ਤੇ ਰੂਲ ਕਰ ਰਹੇ ਆ ਉਹਨਾਂ ਦਾ ਕੰਮ ਹੁੰਦਾ, ਪਰ ਉਹ ਤਾਂ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ। ਸੋ ਇਸ ਕਰਕੇ ਹੁਣ ਇੱਕ ਵਾਰੀ ਆਪਾਂ ਇਸ ਸੰਘਰਸ਼ 'ਚ ਇਹ ਚੀਜ਼ਾਂ ਇਵੋਲਵ ਹੋਣ ਦਈਏ। ਹਾਂਜੀ ਹਾਂਜੀ, ਨਵੇਂ ਸਮਾਜ ਦੀ ਸਿਰਜਣਾ ਕਰੀਏ, ਕਿਰਦਾਰਾਂ ਤੇ ਕੰਮ ਹੋਵੇ, ਕਿਰਦਾਰ ਚੰਗੇ ਸਿਰਜੀਏ। ਕਿਰਦਾਰ ਚੰਗੇ ਹੋਣਗੇ ਤਾਂ ਚੰਗੇ ਆਗੂ ਮਿਲ ਜਾਣਗੇ ਸਾਨੂੰ। ਹਾਂਜੀ ਹਾਂਜੀ, ਬਿਲਕੁਲ, ਪੰਜਾਬ 'ਚ ਕੋਈ ਘਾਟ ਨਹੀਂ। ਬਾਈ ਤੁਸੀਂ ਕੀ ਕਹਿੰਦੇ ਸੀ ਜੀ? ਮੈਂ ਤਾਂ ਇਹ ਕਹਿਣਾ ਹੈ ਜੀ ਵੀ ਬੰਦੇ ਨਾ ਇਮਾਨਦਾਰ ਬੰਦੇ ਚਾਹੀਦੇ, ਹਰ ਇੱਕ ਬੰਦੇ ਨੂੰ ਨਾ। ਉਰੇ ਦੇਖੋ 31 ਪਾਰਟੀਆਂ ਕਿਉਂ ਬਣੀਆਂ ਵੀਆਂ ਐ? 31 ਪਾਰਟੀਆਂ, ਮੈਂ ਹਰੇਕ ਕਹਿੰਦਾ ਵੀ ਮੈਂ ਹੋਵਾਂ ਅੱਗੇ, ਮੈਂ ਹੋਵਾਂ ਅੱਗੇ। ਸਭ ਦੇ ਆਪਣੇ ਆਪਣੇ ਅਲੱਗ-ਅਲੱਗ ਰਸਤੇ ਆ, ਯਾਨੀ ਆਪਣੀ ਚਲਾਉਣੀ ਚਾਹੁੰਦਾ ਹਰ ਇੱਕ। ਹਾਂਜੀ, ਬਾਕੀ ਆ ਗਈ ਗੱਲ ਇਹਦੀ, ਆਪਣਾ ਇਹ ਕਾਂਗਰਸ ਨੇ ਔਰ ਅਕਾਲੀਆਂ ਨੇ ਸਭ ਉੱਥੇ ਸੈਂਟਰ ਨਾਲ ਮਿਲ ਕੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ, ਤੁਹਾਨੂੰ ਇਹਨਾਂ ਨੇ ਬੇੜਾ ਗਰਕ ਕਰਿਆ ਵਾ। ਯਾਨੀ ਬੰਦੇ ਉਹ ਚਾਹੀਦੇ ਮਾਰ ਜਿਹੜਾ ਕਿਸੇ ਪਾਸੇ ਤੋਂ ਵਿਕੇ ਨਾ। ਨਹੀਂ ਜੀ, ਇਸ ਕਰਕੇ ਹੀ ਦੇਖੋ, ਜਦੋਂ ਆਪਾਂ ਪਹਿਰਾਦਾਰੀ ਸਿਸਟਮ ਦੀ ਗੱਲ ਕਰਦੇ ਆ ਨਾ, ਫਿਰ ਵਿਕਣ ਵਾਲਾ ਕਲੈਕਟਿਵ ਲੀਡਰਸ਼ਿਪ ਚਲਾਉਣੀ ਕਿਹਨੇ ਆ? ਉਹ ਲੀਡਰਸ਼ਿਪ ਪੰਚਾਇਤ ਨੇ ਚਲਾਉਣੀ ਆ, ਜਿਹੜੀ ਪਿੱਛੇ ਪੰਚਾਇਤ ਬੈਠੀ ਆ। ਜਦੋਂ ਫੈਸਲੇ ਪੰਚਾਇਤ ਕਰੂਗੀ, ਉਹਨਾਂ ਨੇ ਤਾਂ ਸਿਰਫ ਅੱਗੇ ਜਾ ਕੇ ਲੋਕਾਂ ਨੂੰ ਦੱਸਣਾ। ਔਰ ਉਹ ਪੰਚਾਇਤ ਉਹ ਚਾਹੀਦੀ ਆ ਜਿਨ੍ਹਾਂ ਨੂੰ ਕੋਈ ਅਹੁਦਿਆਂ ਤਾਈਂ ਕੋਈ ਸਰੋਕਾਰ ਨਹੀਂ, ਕੋਈ ਚੋਣਾਂ ਨਹੀਂ ਲੜਨੀਆਂ। ਉਹਨਾਂ ਨੇ ਸਿਰਫ ਪੰਜਾਬ ਖਾਤਰ ਕੰਮ ਕਰਨਾ, ਵੀ ਅਸੀਂ ਆਪਦੇ ਲੋਕਾਂ ਖਾਤਰ ਕੰਮ ਕਰਨਾ। ਜਦੋਂ ਉਹ ਜੀ ਪੰਚਾਇਤ ਬੈਠੀ ਹੋਊਗੀ ਪਿੱਛੇ, ਫਿਰ ਵਿਕਣ ਨਾ ਵਿਕਣ ਵਾਲੀਆਂ ਗੱਲਾਂ ਖਤਮ ਹੋ ਜਾਂਦੀਆਂ। ਜਿਹੜਾ ਵਿਕੂਗਾ ਉਹਨੂੰ ਪਤਾ ਵੀ ਮੈਂ ਬੇਨਕਾਬ ਹੋ ਜਾਊਂਗਾ, ਮੇਰੇ ਕੱਪੜੇ ਲਾ ਦੇਣਗੇ, ਤੇ ਮੇਰੀ ਇਸ ਤੋਂ ਬਾਅਦ ਸੋਸ਼ਲ ਤੇ ਪੋਲੀਟੀਕਲ ਕੈਰੀਅਰ ਦੋਨੇ ਖਤਮ ਆ। ਸਮਾਜ 'ਚ ਮੈਂ ਮੂੰਹ ਦਿਖਾਉਣ ਜੋਗਾ ਨਹੀਂ, ਤੇ ਰਾਜਨੀਤੀ ਜਿਹੜਾ ਮੇਰਾ ਕੈਰੀਅਰ ਆ ਉਹ ਵੀ ਖਤਮ ਆ। ਜਿੱਥੋਂ ਤੱਕ ਰਹੀ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਗੱਲ, ਜਾਂ BJP ਦੀ ਜਾਂ ਆਪ ਦੀ, ਜਿਹੜੀ ਪਾਰਟੀ ਜਿਹੜਾ ਬੰਦਾ ਦਿੱਲੀ ਤੋਂ ਚੱਲਦਾ, ਉਹ ਪੰਜਾਬ ਦਾ ਕਦੇ ਨਹੀਂ ਹੋ ਸਕਦਾ। ਇਹ ਗੱਲ ਤਾਂ ਤੁਸੀਂ ਪੱਲੇ ਹੀ ਬੰਨ੍ਹ ਲਓ। ਹੁਣ ਜਿਹੜਾ ਕੋਈ ਸੰਚਾਲਨ ਦਿੱਲੀ ਤੋਂ ਹੁੰਦਾ, ਉਹ ਪੰਜਾਬ ਦਾ ਨਹੀਂ ਹੋ ਸਕਦਾ। ਇਹ ਤਾਂ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਵਾਰੀ ਤਾਂ ਲਕੀਰ ਹੀ ਖਿੱਚ ਦਈਏ, ਜਦੋਂ ਤੱਕ ਕੋਈ ਚਮਤਕਾਰ ਨਾ ਹੋ ਜੇ, ਚਮਤਕਾਰ ਨਾ ਹੋ ਜੇ, ਤੇ ਦਿੱਲੀ ਵਾਲਿਆਂ ਨੂੰ ਬੈਠਿਆਂ ਨੂੰ ਆਏ ਨਾ ਲੱਗੇ ਵੀ ਯਾਰ ਅਸੀਂ ਤਾਂ ਬੜਾ ਵੱਡਾ ਧੱਕਾ ਕਰੀ ਜਾਂਦੇ ਆ, ਸਾਨੂੰ ਇਹਨਾਂ ਦੇ ਹੱਕ ਵੀ ਦੇਣੇ ਚਾਹੀਦੇ ਆ, ਇਹਨਾਂ ਦੀ ਕੌਮੀਅਤ ਨੂੰ ਵੀ ਮਾਣ ਸਨਮਾਨ ਦੇਣਾ ਚਾਹੀਦਾ। ਤੇ ਹੁਣ ਤੁਸੀਂ ਕਰੋ ਗੱਲਾਂ ਇਹ ਤੋਂ ਬਾਅਦ। ਇੱਕ ਮੈਂ ਜਿਹੜੀ ਤੁਸੀਂ ਗੱਲ ਕਰੀ ਆ ਪਹਿਰੇਦਾਰੀ ਵਾਲੀ, ਇਹਦੇ 'ਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੋਣਾਂ ਦੇ ਸਿਸਟਮ ਤੋਂ ਤੁਸੀਂ ਕਿਹਾ ਵੀ ਅਸੀਂ ਬਾਹਰ ਰਹਿਣਾ। ਭਾਈ ਦਲਜੀਤ ਸਿੰਘ ਬਿੱਟੂ ਨੇ ਇਸ ਕੌਮ ਵਾਸਤੇ ਬੜਾ ਸੰਘਰਸ਼ ਲੜਿਆ, ਬੜਾ ਕੁਛ ਕੀਤਾ। ਉਹਨੇ ਆ ਕੇ ਜਥੇਬੰਦੀ ਵੀ ਬਣਾਈ, ਉਸ ਵੇਲੇ ਵੀ ਸਟੇਟ ਨੇ ਉਹਦੇ 'ਤੇ ਪਰਚੇ ਦਰਜ ਕਰ ਕਰਕੇ ਉਹਦੇ ਸਾਥੀਆਂ 'ਤੇ, ਜਿਹਦੇ ਵਿੱਚ ਅਸੀਂ ਵੀ ਸਾਰੇ ਸ਼ਾਮਲ ਹੈ। ਮਨਤੀਰ ਸਿੰਘ ਹੁਣੀ ਨੇ, ਮੰਝਪੁਰ ਹੁਣੀ ਨੇ ਕੰਨਾਂ ਨੂੰ ਹੱਥ ਲਵਾ ਤੇ ਆਪਦੇ ਘਰੇ ਬੈਠ ਕੇ ਕੌਮ ਦੀ ਕੰਮ ਕਰਨ ਲੱਗੇ। ਪਰ ਜੇ ਪਹਿਰੇਦਾਰੀ ਵਾਲਾ ਸਿਸਟਮ ਲਾਂਗੇ, ਉਹ ਚੋਣਾਂ ਤਾਂ ਨਹੀਂ ਉਹ ਬੰਦੇ ਲੜਦੇ। ਤਾਂ ਭਾਈ ਦਲਜੀਤ ਸਿੰਘ ਬਿੱਟੂ, ਰਣਜੀਤ ਸਿੰਘ ਕੁੱਕੀ ਹੁਣੀ ਇੰਨੇ ਵਧੀਆ ਬੰਦੇ ਨੇ,
ਪੜ੍ਹੇ ਲਿਖੇ ਨੇ, ਹੋਰ ਬੜੇ ਉਹ ਨੇ ਜਿਹੜੇ ਚੋਣਾਂ ਤੋਂ ਦੂਰ ਰਹਿਣਾ ਚਾਹੁੰਦੇ ਨੇ, ਇਸ ਗੰਦੇ ਸਟੇਟ ਦਾ ਜਿਹੜਾ ਹਿੱਸਾ ਦਿੱਲੀ ਦਾ ਉਹ ਬਣਨਾ ਨਹੀਂ ਚਾਹੁੰਦੇ। ਇਹੋ ਜਿਹੇ ਬੰਦਿਆਂ ਨੂੰ ਮੇਰੀ ਤੁਹਾਨੂੰ ਬੇਨਤੀ ਹੈ, ਮੈਂ ਨਾਲ ਵੀ ਜਾਣ ਨੂੰ ਤਿਆਰ ਹਾਂ ਕਿ ਉਹਨਾਂ ਨੂੰ ਆਪਾਂ ਘਰਾਂ 'ਚੋਂ ਲੈ ਕੇ ਆਈਏ ਵੀ ਤੁਸੀਂ ਚੋਣਾਂ ਨਹੀਂ ਲੜਨੀਆਂ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਆਹ ਪਹਿਰੇਦਾਰੀ ਕਰਨੀ ਹੈ। ਜਿਹੜਾ ਚੋਰ ਰਾਜਨੀਤੀ 'ਚ ਆ ਕੇ ਠੱਗੀਆਂ ਚੋਰੀਆਂ ਕਰੂਗਾ ਆਪਣੀ ਜਾਇਦਾਦ, ਜਿੱਦਣ ਉਹਨੂੰ ਰਾਜਨੀਤੀ 'ਚ ਲੈ ਕੇ ਆਉਣਾ ਉਹਦੀ ਪੂਰੀ ਜਾਇਦਾਦ ਦੇ ਵੇਰਵੇ ਲਓ। ਜੇ ਉਹਦੀ ਜਾਇਦਾਦ ਦਾ ਵਾਧਾ ਹੁੰਦਾ ਜਦੇ ਉਹਨੂੰ ਨੰਗਾ ਕਰੋ ਲੋਕਾਂ ਸਾਹਮਣੇ। ਬਿਲਕੁਲ ਪੰਜਾਬ ਪ੍ਰਤੀ ਸਮਰਪਿਤ ਜਿਹੜੇ ਚਾਹੇ ਝਾੜੂ ਵਾਲੇ ਨੇ, ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜਿਹੜਾ ਦਿੱਲੀ ਤੋਂ ਆਊਗਾ ਉਹ ਕਦੇ ਪੰਜਾਬ ਦਾ ਨਾ ਹੋਇਆ ਤੇ ਨਾ ਉਹਨੇ ਕਦੇ ਹੋਣਾ। ਭਾਈ ਅਮਰੀਕ ਸਿੰਘ ਨੂੰ ਵੀ ਸੰਤ ਜਰਨੈਲ ਸਿੰਘ ਚੀਫ ਮਿਨਿਸਟਰ ਬਣਾ ਸਕਦਾ ਸੀ ਜੇ ਉਹ ਦਿੱਲੀ ਦਾ ਹੱਥ ਠੋਕਾ ਬਣ ਜਾਂਦਾ, ਉਹ ਬਣਿਆ ਨਹੀਂ, ਉਹਨੂੰ ਸ਼ਹਾਦਤ ਦੇਣੀ ਪਈ। ਇਸ ਲਈ ਦਿੱਲੀ ਤੋਂ ਨਾ ਅਸੀਂ ਤਾਂ ਜਿੱਦੇ ਜੰਮੇ ਅਸੀਂ ਤਾਂ ਦਿੱਲੀ ਤੋਂ ਕੋਈ ਆਸ ਰੱਖੀ ਹੋ ਨਹੀਂ, ਹੁਣ ਵੀ ਆਸ ਰੱਖਣ ਦੀ ਲੋੜ ਨਹੀਂ। ਇੱਕ ਬਿਲਕੁਲ ਇਮਾਨਦਾਰ ਪਹਿਰੇਦਾਰੀ ਸਿਸਟਮ ਬਣਾ ਕੇ ਸਾਫ਼ ਸੁਥਰੀ ਰਾਜਨੀਤੀ ਲੋਕਾਂ ਦੇ ਸਾਹਮਣੇ ਲੈ ਕੇ ਆਓ। ਨਹੀਂ ਬਿਲਕੁਲ ਬਿਲਕੁਲ ਲੈ ਕੇ ਆਵਾਂਗੇ ਜੀ। ਇਹ ਆਪਾਂ ਇਸ ਤੇ ਪੰਜਾਬ ਖਾਤਰ ਜੋ ਜੋ ਕਰਨਾ ਪਿਆ ਅਸੀਂ ਕਰਾਂਗੇ, ਇਕੱਠੇ ਹੋ ਕੇ ਆਪਾਂ ਕਰਨਾ। ਬਸ ਆ ਮੁੰਡੇ ਦਾ ਬਾਈ ਜੀ ਤੁਹਾਡੇ ਤੇ ਬਾਈ ਜੀ ਤੁਹਾਡੇ ਤੇ ਪ੍ਰੋਪੇਗੈਂਡਾ ਹੋ ਰਿਹਾ ਹੈ ਜਿਹੜਾ ਤੁਹਾਡੇ ਪਰਸਨਲੀ, ਕਿ ਇਹ ਸਿਰਫ ਤੇ ਸਿਰਫ ਸਿਆਸਤ ਕੱਢਣਾ ਚਾਹੁੰਦੇ ਆ। ਹਾਂਜੀ ਇਹ ਪ੍ਰੋਪੇਗੈਂਡਾ ਸਾਰੇ ਪੰਜਾਬ 'ਚ ਚੱਲ ਰਿਹਾ ਹਾਂਜੀ ਤੇ ਬਾਹਰ ਦੋਸਤਾਂ ਨਾਲ ਗੱਲ ਹੁੰਦੀ ਹੈ ਉੱਥੇ ਤਾਂ ਹੈ ਹੀ ਹੈ। ਮਤਲਬ ਇਹ ਇਸ ਟਾਈਮ ਨੋਸ਼ਨ ਬਣਾ ਦਿੱਤਾ ਗਿਆ ਸੈਂਟਰ ਵੱਲੋਂ। ਠੀਕ ਹੈ ਜੀ, ਠੀਕ ਹੈ ਜੀ। ਇਹਦਾ ਤੋੜ ਕੀ ਹੈ ਤੁਹਾਡੇ ਕੋਲੇ, ਤੁਸੀਂ ਕਰ ਸਕਦੇ ਹੋ ਸੰਗਤਾਂ ਨਾਲ ਸ਼ੇਅਰ, ਜਾਂ ਈਵਨ ਟੁਮਾਰੋ, ਡੇ ਆਫਟਰ ਟੁਮਾਰੋ, ਬਟ ਥਿੰਕ ਅਬਾਊਟ ਇਟ ਇਫ ਯੂ ਡੋਂਟ ਹੈਵ ਰਾਈਟ। ਨਹੀਂ ਇਹ ਕੋਈ ਗੱਲ ਨਹੀਂ ਆ। ਦੇਖੋ ਗੱਲ ਪਤਾ ਕੀ ਹੁੰਦੀ ਆ, ਅੱਜ ਜਿੱਥੇ ਅਸੀਂ ਬਹਿ ਗਏ ਆ ਨਾ, ਇੱਕ ਪੰਜਾਬ 'ਚ ਖਲਾਅ ਪੈਦਾ ਹੋ ਰੱਖਿਆ। ਪੰਜਾਬ 'ਚ ਖਲਾਅ ਇਹ ਪੈਦਾ ਹੋ ਰੱਖਿਆ ਵੀ ਪੰਜਾਬ 'ਚ ਸਿਆਸਤਦਾਨ ਡਿਸਕ੍ਰੈਡਿਟ ਹੋ ਗਏ। ਡਿਸਕ੍ਰੈਡਿਟ ਦਾ ਮਤਲਬ ਤੁਸੀਂ ਸਮਝਦੇ ਹੋ ਵੀ ਉਹਨਾਂ ਤੇ ਕਿਸੇ ਨੂੰ ਕੋਈ ਵਿਸ਼ਵਾਸ ਹੀ ਨਹੀਂ ਰਿਹਾ। ਪੰਜਾਬ 'ਚ ਕੋਈ ਧਾਰਮਿਕ ਲੀਡਰ ਆ ਉਹ ਡਿਸਕ੍ਰੈਡਿਟ ਹੋਏ ਬੈਠੇ ਆ, ਉਹਨਾਂ ਤੇ ਵੀ ਕੋਈ ਵਿਸ਼ਵਾਸ ਨਹੀਂ ਰਿਹਾ ਜਿਹੜੇ ਜਥੇਬੰਦੀਆਂ ਦੇ ਆਗੂ ਆ। ਠੀਕ ਆ, ਇੱਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆ, ਉਹਨਾਂ ਤੇ ਵੀ ਸਵਾਲ ਉੱਠਦੇ ਆ। ਹੁਣ ਸਮਾਜਿਕ ਕੋਈ ਲੀਡਰ ਮੈਨੂੰ ਦਿਖਾ ਦਿਓ ਜਿਹਦੇ ਤੇ ਲੋਕ ਵਿਸ਼ਵਾਸ ਕਰ ਸਕਣ। ਸੋ ਐਡੀ ਵੱਡੀ ਜਦੋਂ ਤੁਸੀਂ ਕ੍ਰੈਡੀਬਿਲਿਟੀ ਲੂਜ਼ ਕਰਦਾ ਕੋਈ ਸਮਾਜ, ਲੋਕ ਉਹਦੇ ਆਗੂ, ਉਹਦੇ ਲੀਡਰ, ਕ੍ਰੈਡੀਬਿਲਿਟੀ ਲੂਜ਼ ਹੋ ਗਈ ਨਾ, ਤਾਂ ਅੱਜ ਸਭ ਤੋਂ ਵੱਡੀ ਦੌਲਤ ਕੀ ਬਣੀ ਹੋਈ ਆ, ਇਹ ਗੱਲ ਨੂੰ ਸਮਝਦੇ ਆ। ਦੌਲਤ ਸਭ ਤੋਂ ਵੱਡੀ ਇਹ ਆ ਵੀ ਉਹਨਾਂ ਨੂੰ ਪਤਾ ਵੀ ਪੈਸਾ ਪੂਸਾ ਛੱਡੋ ਯਾਰ, ਕੋਈ ਜਾਇਦਾਦਾਂ ਛੱਡੋ, ਕ੍ਰੈਡੀਬਿਲਿਟੀ ਕਿਵੇਂ ਅਸੀਂ ਵਾਪਸ ਖੜੀ ਕਰੀਏ ਆਪਦੀ। ਸਭ ਤੋਂ ਵੱਡੀ ਦੌਲਤ ਬਣ ਗਈ ਅੱਜ ਦੀ ਡੇਟ 'ਚ ਕ੍ਰੈਡੀਬਿਲਿਟੀ। ਅੱਛਾ, ਜਿਹੜੇ ਆਪਣੇ ਵਰਗੇ ਦੋ ਚਾਰ ਬੰਦੇ ਸੱਚ ਤੇ ਖੜੇ ਆ, ਜਿਹੜੇ ਇਹ ਗੱਲ ਕਰ ਰਹੇ ਆ ਵੀ ਆਪਾਂ ਸਿਆਸਤ ਮੇਨ ਸਟ੍ਰੀਮ ਪੋਲੀਟਿਕਸ ਤਾਂ ਕਰਨੀ ਨਹੀਂ, ਜਦੋਂ ਇਹੀ ਗੱਲ ਮੈਂ ਕਹਿਤੀ ਤੇ ਮੇਰਾ ਤਾਂ ਪੋਲੀਟੀਕਲ ਵੀ ਆਪਾਂ ਪਲੇਟਫਾਰਮ ਤਿਆਰ ਕਰ ਰਹੇ ਹਾਂ ਉਹ ਤਾਂ ਖਤਮ ਹੋ ਗਈ ਨਾ ਗੱਲ। ਵੀ ਮੈਂ ਕੋਈ MLA ਲੜਾਂ ਜਾਂ MP ਲੜਾਂ ਜਾਂ ਕੋਈ ਅਹੁਦਾ ਮੰਨ ਸਰਕਾਰ 'ਚ, ਮੈਂ ਕਹਿੰਦਾ ਮੈਨੂੰ ਕੋਈ ਅਹੁਦਾ ਹੀ ਨਹੀਂ ਚਾਹੀਦਾ ਯਾਰ, ਔਰ ਮੇਰੇ 'ਚ ਟੈਂਪਰਾਮੈਂਟ ਹੀ ਹੈ ਨਹੀਂ। ਮੈਂ ਤਾਂ ਲੋਕਾਂ ਦੇ ਗਲਾਂ ਪੈਣ ਤੱਕ ਜਾਊਂਗਾ ਜੇ ਵੋਟਾਂ 'ਚ ਖੜੇ ਹੋ ਗਏ ਤਾਂ, ਜੇ ਇਹੋ ਜਿਹੀਆਂ ਗੱਲਾਂ ਹੀ ਕਰਦੇ ਆ। ਸੋ ਆਪਣੇ ਕੋਲੇ ਜੇ ਟੈਂਪਰਾਮੈਂਟ ਹੀ ਹੈ ਨਹੀਂ ਤਾਂ ਆਪਾਂ ਕਹਿੰਦੇ ਹਾਂ ਵੀ ਨਹੀਂ ਇਹ ਕੰਮ ਨਹੀਂ ਅਸੀਂ ਕਰ ਸਕਦੇ, ਅਸੀਂ ਤਾਂ ਸੰਘਰਸ਼ ਕਰ ਸਕਦੇ ਹਾਂ। ਸੰਘਰਸ਼ ਵਾਲੀ ਜਿਹੜੀ ਲੀਹ ਆ ਉਹਦੇ ਤੇ ਤੁਰਾਂਗੇ। ਪਰ ਅਗਲੀ ਗੱਲ, ਜਦੋਂ ਕ੍ਰੈਡੀਬਿਲਿਟੀ ਲੂਜ਼ ਹੋਈ ਪਈ ਆ ਤਾਂ ਜਿਹੜਾ ਕੋਈ ਮਾੜਾ ਮੋਟਾ ਬੰਦਾ ਸੱਚ ਤੇ ਖੜਾ, ਜਿਹੜਾ ਮਾੜਾ ਮੋਟਾ ਸੱਚ ਦੀ ਗੱਲ ਕਰਦਾ, ਹੱਕ ਦੀ ਗੱਲ ਕਰਦਾ, ਉਹਨੂੰ ਫਿਰ ਪਹਿਲਾਂ ਤਾਂ ਖਰੀਦਣਗੇ, ਉਹਨੂੰ ਡਰਾਉਣਗੇ ਵੀ। ਜੇ ਉਹ ਨਹੀਂ ਡਰਦਾ ਤੇ ਨਹੀਂ ਖਰੀਦਿਆ ਜਾਂਦਾ ਤੇ ਉਹਨੂੰ ਬਦਨਾਮ ਕਰ ਦਿਓ। ਸਭ ਤੋਂ ਸੌਖਾ ਢੰਗ ਆ, ਬਦਨਾਮ ਕਰ ਦਿਓ। ਬਦਨਾਮ ਕਰਨ ਦੇ ਇਹਨਾਂ ਕੋਲੇ ਪਲੇਟਫਾਰਮ ਵੀ ਹੈਗੇ, ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਟੀਮਾਂ ਬੈਠੀਆਂ। ਆਪਣੇ ਕੋਲੇ ਤਾਂ ਨਾ ਕੋਈ ਪਲੇਟਫਾਰਮ ਆ, ਨਾ ਆਪਣੇ ਕੋਲੇ ਕੋਈ ਟੀਮ ਬੈਠੀ ਆ। ਆਪਾਂ ਤਾਂ ਇੱਕ ਸ਼ੰਭੂ ਮੋਰਚਾ, ਇੱਕ ਪੇਜ ਵਾਸਤੇ ਹੀ ਮਸਾਂ ਇਕੱਠੀ ਕੀਤੀ ਆ ਟੀਮ ਵੀ ਚਲੋ ਇਹਦੇ ਤੇ ਹਾਂ ਇਹ ਤਾਂ ਚਲਾ ਦਿਓ, ਹੈ ਨਾ। ਸੋ ਬਦਨਾਮ
ਹੁਣ ਜਦੋਂ ਕਰੀਦਾ ਕਿਸੇ ਨੂੰ ਉਹ ਗੱਲ ਹੀ ਕਹਿਣੀ ਹੁੰਦੀ ਆ, ਹਨਾ, ਗੱਲ ਹੀ ਕਹਿਣੀ ਹੁੰਦੀ ਆ। ਮੈਂ ਜਿਵੇਂ ਤੁਹਾਨੂੰ ਕਹਿਦਾ ਵੀ ਬਾਈ ਤੂੰ RSS ਨੇ ਭੇਜਿਆ, ਤੂੰ ਅੱਜ ਹੀ ਦਿੱਲੀ ਸੀ, ਹੁਣ ਤੁਸੀਂ ਦੱਸੋ ਕੀ ਕਰੋਗੇ ਇਹਦਾ? ਆ ਸਾਰੇ ਬੰਦੇ ਮੰਨ ਜਾਣਗੇ, ਕਿਉਂਕਿ ਹਿਊਮਨ ਜਿਹੜਾ ਮਾਈਂਡ ਆ ਉਹਨੇ ਨੈਗੇਟਿਵਿਟੀ ਪਹਿਲਾਂ ਫੜਨੀ ਆ ਔਰ ਗੱਲ ਹੀ ਕਹਿਣੀ ਆ ਮੈਂ ਵੀ ਆਹ ਬਾਈ RSS ਦਾ ਬੰਦਾ, ਇਹਨੇ ਜਾ ਕੇ ਸਾਰੀਆਂ ਗੱਲਾਂ ਉੱਥੇ ਦੱਸਣੀਆਂ। ਅੱਛਾ, ਇਹ ਗੱਲ ਕੋਈ ਨਹੀਂ ਸਮਝਦਾ ਵੀ ਇਹ ਗੱਲਾਂ ਤਾਂ ਯਾਰ ਸ਼ਰੇਆਮ ਤਾਂ ਕਰੀ ਜਾਂਦੇ ਆ, ਇਹ ਤਾਂ ਵੀਡੀਓ 'ਚ ਵੀ ਦੇਖ ਲੈਣੀਆਂ, ਤੇ ਇਹਨੇ ਕੀ ਜਾ ਕੇ ਦੱਸਣੀਆਂ? ਫਿਰ ਇਸ ਗੱਲ ਤੇ ਨਹੀਂ ਜਾਣਗੇ। ਪਰ ਹਾਂ ਯਾਰ, ਹੈ ਤਾਂ RSS ਦਾ ਹੀ ਇਹ। ਸੋ ਜਦੋਂ ਗੱਲ ਹੀ ਕਹਿਣੀ ਹੋਵੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਪਲੇਟਫਾਰਮ ਹੋਣ, ਤੁਸੀਂ ਇੰਟਰਵਿਊ ਜਰੀਏ, ਸੋਸ਼ਲ ਮੀਡੀਆ ਜਰੀਏ, ਪ੍ਰੈਸ ਜਰੀਏ ਇਹੀ ਗੱਲ ਕਹਿਣੀ ਆ ਵੀ ਉਹ ਤਾਂ ਯਾਰ RSS ਦਾ ਬੰਦਾ। ਔਰ ਗੱਲ ਸੋਚੋ ਤੁਸੀਂ ਵੀ ਜਦੋਂ ਚਾਹੇ RSS ਦਾ ਹੋਵੇ, ਮੰਨ ਲਓ ਹੋਵੇ, ਅੱਜ ਗੱਲ ਕੀ ਕਰ ਰਿਹਾ ਹੋ ਬੰਦਾ? ਗੱਲ ਤਾਂ ਹਜੇ ਤੱਕ ਤਾਂ ਤੁਹਾਡੇ ਹੱਕ 'ਚ ਕਰ ਰਿਹਾ ਨਾ। ਤੋੜ ਮੈਂ ਤੁਹਾਨੂੰ ਦੱਸਦਾ ਹੁਣ, ਤੋੜ ਜੇ ਅੱਜ ਮੋਦੀ ਤੇ ਅਮਿਤ ਸ਼ਾਹ ਵੀ ਆ ਜੇ ਪੰਜਾਬ 'ਚ ਤਾਂ ਨਹੀਂ ਕੁਝ ਕਰ ਸਕਦੇ ਇਹ। BJP ਜੇ ਮੋਦੀ ਤੇ ਅਮਿਤ ਸ਼ਾਹ ਵੀ ਆ ਜਾਣ, ਲੋਕ ਜੁੱਤੀਆਂ ਮਾਰਨਗੇ ਉਹਨਾਂ ਦੇ। ਤੇ ਦੀਪ ਸਿੱਧੂ RSS ਦਾ ਬੰਦਾ ਬਣ ਕੇ ਕੀ ਕਰ ਲੂਗਾ? ਬਹੁਮਤ ਲੈ ਆਊਗਾ ਉਹਨਾਂ ਲਈ, ਹਨਾ? ਸੋ ਕਿਹੋ ਜੀ ਗੱਲ ਆ ਇਹ? ਆਪਾਂ ਕਿਹੜੇ ਪਾਸੇ ਤੁਰੇ ਫਿਰਦੇ ਆ? ਔਰ ਅਗਲੀ ਗੱਲ, ਸਮਾਂ ਬੜਾ ਬਲਵਾਨ ਆ, ਸਮੇਂ ਨੇ ਸਾਰੇ ਜਵਾਬ ਦੇ ਦੇਣੇ ਆ। ਇਹਦੇ ਤੇ ਆਪਾਂ ਸਫਾਈ ਦੇਣ ਦਾ ਕੋਈ ਮਤਲਬ ਹੀ ਨਹੀਂ, ਹਨਾ? ਜਦੋਂ ਔਰ ਸੱਚ 'ਚ ਐਡੀ ਵੱਡੀ ਤਾਕਤ ਹੁੰਦੀ ਹੈ, ਐਡੀ ਵੱਡੀ ਪਾਵਰ ਹੁੰਦੀ ਆ, ਉਹਨੇ ਨਿੱਤਰ ਕੇ ਸਾਹਮਣੇ ਆਉਣਾ ਹੀ ਆਉਣਾ। ਜਿਹੜਾ ਮਰਜ਼ੀ ਟਰੋਲ ਆਰਮੀ ਜ਼ੋਰ ਲਾ ਲੇ, ਜਿੰਨਾ ਮਰਜ਼ੀ ਬਦਨਾਮ ਕਰ ਲੈਣ, ਇਹਦੀ ਕੋਈ ਪਰਵਾਹ ਹੀ ਨਹੀਂ ਆਪਾਂ ਨੂੰ। ਸੱਚ ਨੇ ਤਾਂ ਨਿੱਤਰ ਕੇ ਆਉਣਾ ਹੀ ਆਉਣਾ। ਹਾਂਜੀ, ਸੋ ਇਹਨਾਂ ਗੱਲਾਂ ਦੀ ਮੈਨੂੰ ਤਾਂ ਕੋਈ ਜ਼ਿਆਦਾ ਅਹਿਮੀਅਤ ਹੀ ਨਹੀਂ ਲੱਗਦੀ ਹੁੰਦੀ ਜੀ। ਮੈਂ ਉਸ ਪਾਸਿਓਂ, ਮੇਰੇ ਵਾਲੇ ਪਾਸੇ ਜਿਹੜਾ ਨੈਰੇਟਿਵ ਆ ਆਉਣ ਹੀ ਨਹੀਂ ਦਿੰਦਾ ਹੁੰਦਾ। ਮੈਂ ਸੁਣਦਾ ਹੀ ਨਹੀਂ ਕੌਣ ਕੀ ਬੋਲਦਾ, ਮੈਂ ਪੜ੍ਹਦਾ ਹੀ ਨਹੀਂ ਕਿਹਨੇ ਕੀ ਲਿਖਿਆ। ਪਰ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਹੁੰਦਾ ਵੀ ਪਰਸਨਲੀ ਮੈਂ ਕਿਸੇ ਨੂੰ ਜੱਜ ਨਾ ਕਰਾਂ, ਉਹ ਮੈਨੂੰ ਕੀ ਕਹਿ ਰਹੇ ਆ। ਜੇ ਉਹ ਕਹਿ ਰਹੇ ਆ ਤੇ ਉਹਨੂੰ ਵੀ ਜੱਜ ਨਾ ਕਰਾਂ, ਕਿਉਂ ਕਹਿ ਰਹੇ ਆ ਇਹਨੂੰ ਵੀ ਮੈਂ ਜੱਜ ਨਹੀਂ ਕਰਦਾ। ਕਿਉਂਕਿ ਨਹੀਂ, ਤੁਹਾਡੇ ਮਨ 'ਚ ਡਰ ਆਏ ਆ, ਮੈਂ ਤਾਂ ਹੀ ਕਹਿੰਦਾ ਜੀ, ਡਰ ਤੁਹਾਡੇ ਮਨ 'ਚ ਇਸ ਕਰਕੇ ਨਹੀਂ ਪੈਣਾ ਚਾਹੀਦਾ ਕਿਉਂਕਿ ਦੀਪ ਸਿੱਧੂ ਨਾ ਤਾਂ ਇਹ ਕਹਿ ਰਿਹਾ ਵੀ ਮੈਂ, ਹਾਂਜੀ ਨਹੀਂ, ਪਰ ਸਟੇਟ ਨੇ ਤਾਂ ਇਹੀ ਕੰਮ ਕਰਨੇ ਆ ਨਾ ਜੀ। ਸਟੇਟ ਨੇ ਜਦੋਂ ਆਪਾਂ ਲੜਨਾ, ਉਹ ਤਾਂ ਕੋਈ ਵੀ ਬੰਦਾ ਇੱਥੋਂ ਹੋਰ 10 ਬੰਦੇ ਖੜੇ ਹੋਣਗੇ, ਉਹਨਾਂ ਨੂੰ ਵੀ ਬਦਨਾਮ ਕਰਨਗੇ, ਹਨਾ? ਸੋ ਹਾਂਜੀ ਨਿਕਲੇ 10 ਦਿਨ ਲਈ ਕੋਈ ਕਾਂਗਰਸੀ ਨਿਕਲੇ, ਹਾਂਜੀ, ਤੁਹਾਨੂੰ 1.5 ਮਹੀਨਾ ਹੋ ਗਿਆ ਸੜਕ ਤੇ ਬੈਠਿਆਂ ਨੂੰ, ਕਿਹੜੀ ਲਾਈਨ 'ਚ ਉੱਠ ਕੇ ਤੁਸੀਂ ਉਰੇ ਆ ਕੇ ਬੈਠੇ ਹੋ? 10 ਦਿਨਾਂ ਲਈ ਸੁਖਬੀਰ ਬਾਦਲ ਖੁੱਲ੍ਹ ਕੇ ਗਰਾਊਂਡ ਲੈਵਲ ਤੇ ਆ ਕੇ ਬਹਿ ਜਾਵੇ, MLA MP ਨਹੀਂ CM ਬਣਾਵਾਂਗੇ, ਠੀਕ ਆ? ਜੇ ਤੁਹਾਡੀ ਗੱਲ ਆ ਤਾਂ ਤੁਹਾਨੂੰ ਸਿੱਧਾ ਕਹਿੰਦੇ ਆ, ਨਹੀਂ ਤੁਹਾਡੀ ਹੈਗੀ ਉਹ ਥਿੰਕਿੰਗ ਮੈਂਟੈਲਿਟੀ ਨਹੀਂ ਹੈਗੀ, ਪਰ ਅਸੀਂ ਫਿਰ ਵੀ ਬਣਾਵਾਂਗੇ, ਠੀਕ ਹੈ? ਜੇ ਸਾਡਾ ਬੰਦਾ ਯਾਰ ਕੰਮ ਕਰ ਰਿਹਾ ਸੜਕ ਤੇ ਬੈਠਾ 1.5 ਮਹੀਨੇ ਦਾ, ਅਸੀਂ ਕਿਉਂ ਨਹੀਂ ਬਣਾ ਸਕਦੇ? ਇਹ ਸਵਾਲ ਪੁੱਛਣ ਦਾ ਹੱਕਦਾਰ ਵੀ ਅਸੀਂ ਉਹੀ ਲੀਡਰ ਨੂੰ, ਉਹੀ ਗਵਰਨਮੈਂਟ ਨੂੰ ਸਮਝਾਂਗੇ। 1.5 ਮਹੀਨਾ ਬੈਠੇ ਹੋ, 15 ਦਿਨ ਬੈਠਣ ਅੱਗੇ, 15 ਦਿਨ ਉਰੇ ਬਹਿ ਕੇ ਫਿਰ ਸਵਾਲ ਰਾਈਜ਼ ਕਰਨ। ਘਰੇ ਬੈਠ ਕੇ ਫੇਸਬੁੱਕ ਤੇ ਟਰੋਲ ਆਰਮੀ ਅਸੀਂ ਜਵਾਬ ਨਹੀਂ ਦੇਣਾ ਚਾਹੁੰਦੇ। ਹਾਂ, ਨਹੀਂ, ਚਲੋ ਗੱਲ ਮੈਂ ਤੁਹਾਡੀ ਬਾਈ ਕਦਰ ਕਰਦਾ, ਤੁਹਾਡੇ ਜਜ਼ਬਾਤਾਂ ਦੀ ਬ੍ਰਦਰ, ਪਰ ਗੱਲ ਇਹ ਆ ਵੀ ਜਿਹੜਾ ਕੋਈ ਆਪਾਂ ਇਦੋਂ ਬਾਅਦ ਸਿਆਸਤ ਘੜ ਕੇ ਬੰਦਾ, ਚਾਹੇ ਆਪਾਂ ਮੰਤਰੀ ਬਣਾਈਏ ਚਾਹੇ CM ਬਣਾਈਏ, ਉਹ ਕੋਈ ਚੰਗਾ ਹੀ ਬਣਾਵਾਂਗੇ। ਮੈਂ ਤੁਹਾਡੇ ਨਾਲ ਖੜਾ, ਮੈਂ ਆਪ ਨਹੀਂ ਬੈਠੂੰਗਾ ਜਾ ਕੇ, ਕਿਉਂਕਿ ਪਰ ਆਪਾਂ ਕੋਈ ਚੰਗਾ ਹੀ ਬਣਾਵਾਂਗੇ ਜਿਹੜਾ ਸਾਡੇ ਨਾਲ ਆ ਕੇ ਧਰਨਿਆਂ ਮੋਰਚਿਆਂ 'ਚ ਬੈਠਿਆ ਕਰੂਗਾ। ਹਾਂ, ਇੱਥੇ ਆ ਕੇ ਬੈਠਿਆ ਕਰੂਗਾ, ਜਿਹੜਾ ਇਹ ਨਹੀਂ ਕਹੂਗਾ ਮੈਂ ਅਸਤੀਫਾ ਜੇਬ 'ਚ ਪਾਈ ਬੈਠਦਾ। ਅਗਲਾ ਕਹੂਗਾ ਮੈਂ ਲੱਤ ਮਾਰਦਾ ਇਹੋ ਜਿਹੀ ਕੁਰਸੀ ਦੇ, ਮੈਂ ਬੈਠਾ ਮੋਰਚੇ 'ਚ ਤੇ ਤੁਸੀਂ ਵੜ ਕੇ ਦਿਖਾਓ ਮੇਰੇ ਪੰਜਾਬ 'ਚ। ਸਾਨੂੰ ਉਹ ਲੀਡਰ ਚਾਹੀਦਾ। ਹਾਂਜੀ।